वाहेगुरु जी का खालसा वाहेगुरु जी की फतेह। परम सत्कारयोग सम्मानयोग गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो। नेता प्रति नौवें पातशाह धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते हाजरियां भर के जगत गुरु श्री गुरु ग्रंथ साहिब जी महाराज जी दे दर्शन परस के कलगीधर पंथ दे वाली सतगुरु चट्टियां बाजां वाले सतगुरु शमशेरे बहादुर सतगुरु श्री गुरु गोबिंद सिंह साहिब जी महाराज जी दे पवित्र पावन इतिहास दी चल रही लड़ीवार कथा आप जी बहुत ही अदब सत्कार ते शरधा सहित सरवण कर रहे। गरीब नवाज सतगुरु खालसे नूं फतेह गजा के सारे ਸਿੰਘਾਂ ਨੂੰ उपदेश दृढ़ करा के अंगीठे वल ਵਧੇ ਹਨ। अंगीठे ते अपने ध्यान परायण होए ਹਨ। योग अग्नि द्वारा गुरुदेव जी ने अपने पावन शरीर ਨੂੰ अलोप ਕੀਤਾ है। अंगीठे दी अग्नि मेरे साहब दे शरीर ਨੂੰ स्पर्श नहीं कर सकी। अपने तन दी योग अग्नि द्वारा गुरुदेव ने अपने शरीर ਨੂੰ अलोप ਕੀਤਾ है। आकाश विच उतरे हुए समूह देवते कलगीधर जी दे मंगलाचार गायन कर रहे ने। आरतहार की आरती उतारी है। सतगुरां दी आरती करते ने गुरुदेव दे मंगलाचार गायन करते हैं। गुरुदेव दी सिफत दे रंग दे विच सारियां दे चेहरे खिड़े हुए ने। पातशाह जी सारे देवतियां दे विचकार शोभनीक हो रहे ने और अपने निज घर सचखंड वसै निरंकार उस निराकार स्वरूप वल जा रहे ने। पर मेरे साहब भावें के शरीर करके हुण अलोप हन पर गुरु ग्रंथ ते गुरु पंथ विच गुरुदेव सदैवी तौर ते वरत रहे ने। उहदे लई कुछ प्रमाण आउण वाली कथा दे विच आ रहे हैं कि सतगुरु जी हाजर ने, किते नहीं गए। उहदे जो कुछ प्रमाण उस वेले तख्त साहब मिले हैं उन्हां प्रमाणां दा जिक्र महाकवि कविराज भाई साहब भाई संतोख सिंह जी चूड़ामणी जी कर रहे ने। आओ मन बिरतियां एकागर करिए। सतगुरु कलगीधर जी दे पवित्र चरनां विच अपना ध्यान केंद्रित करदे होया आप दे जीवन ते रसना दे कल्याण निमित्त आखिए जी सतनाम सतनाम। इस प्रकार देवलोक विच सुरलोक विच
ਦੇਵਤਿਆਂ ਨੇ ਵੱਡੇ ਭਾਰੀ ਉਤਸਵ ਕੀਤੇ ਹਨ। ਕਲਗੀਧਰ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੇ ਹਿਰਦਿਆਂ ਵਿੱਚ ਖੇੜਾ ਹੈ, ਵਿਗਾਸ ਹੈ ਔਰ ਉਤਸਵ ਕਰ ਰਹੇ ਹਨ, ਖੁਸ਼ੀ ਮਨਾ ਰਹੇ ਹਨ। ਦੇਵਪੁਰੀਆਂ ਵਿੱਚ ਜਿੱਥੇ ਜਿੱਥੇ ਜਿਸ ਪੁਰੀ ਦੇ ਵਿੱਚ ਕੋਈ ਦੇਵ ਰਹਿੰਦਾ ਹੈ, ਸਤਿਗੁਰੂ ਜੀ ਦਾ ਵਿਵਾਨ ਉੱਥੋਂ ਗੁਜ਼ਰਦਾ ਤੇ ਉਹ ਆਪਣੇ ਪੁਰੀਆਂ ਦੇ ਪੌਰ ਦਰਵਾਜ਼ੇ ਤੇ ਖਲੋ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੰਗਲਾਚਾਰ ਗਾਇਨ ਕਰਦੇ ਹਨ, ਸਤਿਗੁਰਾਂ ਦੀ ਪੂਜਾ ਕਰਦੇ ਹਨ। ਇਹ ਤੇ ਸੀ ਦੇਵਪੁਰੀ ਦਾ ਸਾਰਾ ਪ੍ਰਸੰਗ। ਹੁਣ ਇੱਥੇ ਮਾਤ ਲੋਕ ਦੀ ਧਰਤੀ ਤੇ ਤਖਤ ਸਾਹਿਬ ਵਾਲੇ ਸਥਾਨ ਤੇ ਕੀ ਬੀਤਿਆ ਹੈ ਉਹ ਭਾਈ ਸਾਹਿਬ ਵਰਣਨ ਕਰਨ ਲੱਗੇ ਹਨ। ਜਿਸ ਵਕਤ ਸਤਿਗੁਰਾਂ ਦਾ ਅੰਗੀਠਾ ਪ੍ਰਜਵਲਿਤ ਹੋਇਆ, ਕਨਾਤ ਦਾ ਜਿਹੜਾ ਦਰਵਾਜ਼ਾ ਸੀ, ਜਿੱਥੇ ਕਨਾਤ ਦੇ ਅੰਦਰ ਜਾਣ ਦਾ ਰਾਹ ਸੀ, ਉੱਥੋਂ ਸਾਰੇ ਸਿੰਘ ਭਾਈ ਸੰਤੋਖ ਸਿੰਘ ਹੋਣੀ ਬਾਹਰ ਨੂੰ ਚੱਲ ਕੇ ਆਏ ਹਨ। ਕਨਾਤ ਦੇ ਬਾਰ-ਬਾਰ ਥੋੜੀ ਦੂਰੀ ਤੇ ਆ ਕੇ ਸਾਰੇ ਸਿੰਘ ਜਿੰਨੇ ਮਹਾਰਾਜ ਜੀ ਦੇ ਪ੍ਰੇਮ ਵਾਲੇ ਸਨ, ਸਮੁੱਚਾ ਖਾਲਸਾ ਉਸ ਵਕਤ ਉੱਥੇ ਬਾਹਰਲੇ ਪਾਸੇ ਆਣ ਕੇ ਬੈਠ ਗਿਆ। ਚਾਰੇ ਪਾਸੇ ਕਨਾਤ ਦੇ ਦੂਰ ਦੂਰ ਸਿੰਘ ਬੈਠੇ ਨੇ। ਕਨਾਤ ਦੇ ਅੰਦਰ ਕੇਵਲ ਅਗਨੀ ਬਲਦੀ ਹੋਈ ਨਜ਼ਰ ਆ ਰਹੀ ਹੈ, ਅੰਗੀਠਾ ਬਲਦਾ ਹੋਇਆ ਦਿਸ ਰਿਹਾ। ਚਾਰੇ ਪਾਸੇ ਸਿੰਘ ਦੂਰ ਦੂਰ ਤਾਈਂ ਬੈਠੇ ਹੋਏ ਹਨ। ਕੋਈ ਸਿੰਘ ਐਸਾ ਨਹੀਂ ਜਿਹੜਾ ਵੈਰਾਗ ਦੀ ਮੂਰਤ ਨਾ ਬਣਿਆ ਹੋਵੇ। ਹਰ ਇੱਕ ਸਿੰਘ ਦੀਆਂ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ। ਸਤਿਗੁਰਾਂ ਦੀ ਸੋਹਣੀ ਪਿਆਰੀ ਮੂਰਤ, ਐਸੇ ਸੁੰਦਰ ਸਰੂਪ ਨੂੰ, ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਸਾਰੇ ਸਿੰਘ ਹਿਰਦਿਆਂ 'ਚ ਚਿਤਵਦੇ ਹਨ। ਸਤਿਗੁਰਾਂ ਦੇ ਸੋਹਣੇ ਸਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਕੇ ਸਿੰਘ ਆਪਣੇ ਮਨ ਨੂੰ ਠਹਿਰਾਉਣ ਦਾ ਯਤਨ ਕਰਦੇ ਹਨ ਔਰ ਨਾਲ ਸਤਿਗੁਰਾਂ ਦੇ ਬੇਅੰਤ ਗੁਣਾਂ ਨੂੰ ਸਿਮਰਦੇ ਹਨ। ਅਣਗਿਣਤ ਗੁਣ ਜੋ ਮੇਰੇ ਸਾਹਿਬ ਦੇ ਸਰੂਪ ਵਿੱਚ ਹਨ, ਉਹਨਾਂ ਗੁਣਾਂ ਨੂੰ ਸਾਰੇ ਸਿੰਘ ਆਪਣੇ ਹਿਰਦਿਆਂ ਵਿੱਚ ਯਾਦ ਕਰਦੇ ਹਨ। ਸਤਿਗੁਰੂ ਜੀ ਦੇ ਸੋਹਣੇ ਸ਼ੁਭ ਸੁਭਾਅ ਨੂੰ, ਸ਼ੀਲ ਸੁਭਾਅ ਨੂੰ ਸਰਾਉਂਦੇ ਨੇ ਔਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਕਰਦੇ ਹਨ। ਔਰ ਇਸ ਪ੍ਰਕਾਰ ਦੇ ਨਾਲ ਬੋਲਦੇ ਨੇ, ਸ਼ਲਾਘਾ ਕਰਦੇ ਨੇ ਔਰ ਨਾਲ ਕਹਿੰਦੇ ਸਤਿਗੁਰੂ ਜੀ ਬੜੀ ਦੀਰਘ ਦਇਆ ਕਰਨ ਵਾਲੇ ਹਨ। ਫਿਰ ਵੈਰਾਗ ਵਿੱਚ ਆ ਕੇ ਸਿੰਘ ਬਚਨ ਕਰਦੇ, ਹੇ ਸ੍ਰੀ ਗੁਰੂ ਪੂਰਨ ਪ੍ਰਭੂ ਜੀ, ਸਾਰੇ ਪੰਜਾਬ ਦੇ ਜਿੰਨੇ ਸਿੰਘ ਇੱਥੇ ਇਸ ਵੇਲੇ ਆਪ ਜੀ ਦੇ ਨਾਲ ਆਏ ਹੋਏ ਸਨ, ਸਾਰਿਆਂ ਦਾ ਕਦਮ ਆਸਰਾ ਹੈ ਕਲਗੀਧਰ ਜੀ ਤੁਸੀਂ ਸੀ। ਤੁਹਾਡੇ ਆਸਰੇ ਕਰਕੇ ਸਾਰੇ ਸਿੰਘ ਪੰਜਾਬ ਤੋਂ ਆਪਣੇ ਘਰ ਘਾਟ ਨਗਰ ਪਰਿਵਾਰ ਛੱਡ ਕੇ ਇੱਥੇ ਤਾਈਂ ਦੱਖਣ ਦਿਸ਼ਾ ਵਿੱਚ ਤੁਹਾਡੇ ਨਾਲ ਆਏ ਹਨ। ਮਹਾਰਾਜ ਆਪ ਜੀ ਸੱਚਖੰਡ ਚਲੇ ਗਏ ਹੋ, ਹੁਣ ਸਾਡਾ ਇੱਥੇ ਤੁਹਾਡੇ ਬਿਨਾਂ ਕੌਣ ਆਸਰਾ ਹੈ। ਅਸੀਂ ਸਾਰੇ ਪੰਜਾਬ ਤੋਂ ਆਏ ਸਿੰਘ ਤੁਹਾਡੇ ਆਸਰੇ ਕਰਕੇ ਆਏ ਸੀ ਸਤਿਗੁਰੂ ਜੀ, ਹੁਣ ਸਾਡਾ ਇਸ ਜਗ੍ਹਾ ਤੇ ਕੌਣ ਆਸਰਾ ਹੈ, ਕਿਹਦੇ ਆਸਰਤ ਅਸੀਂ ਇੱਥੇ ਰਹਾਂਗੇ। ਮਹਾਰਾਜ ਜੀ ਹੁਣ ਕਿਹਦੇ ਕੋਲ ਬੈਠਿਆ ਕਰਾਂਗੇ। ਅੱਗੇ ਆਪ ਜੀ ਦੇ ਚਰਨਾਂ ਪਾਸ ਬੈਠਦੇ ਸੀ, ਤੁਹਾਡੇ ਚਰਨਾਂ ਦੀ ਸੰਗਤ ਦਾ ਰੰਗ ਮਾਣਦੇ ਸੀ। ਮਹਾਰਾਜ ਹੁਣ ਅਸੀਂ ਕਿਹਦੇ ਪਾਸ ਬੈਠਿਆ ਕਰਾਂਗੇ। ਮਹਾਰਾਜ ਜੀ ਸਵੇਰੇ ਸ਼ਾਮ ਕਿਹਦੇ ਦਰਸ਼ਨ ਕਰਿਆ ਕਰਾਂਗੇ, ਤੁਹਾਡੇ ਦਰਸ਼ਨਾਂ ਕਰਕੇ ਤਾਂ ਅਸੀਂ ਜਿਉਂਦੇ ਸੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
महाराज तुहाडे दर्शन कर करके असी जिउंदे सी, हुण असी किस दे दर्शनां दे आसरे इत्थे रहांगे। आवाज ठीक करो। सवेरे शाम दोवें वेले आप जी दे दर्शन करदे सी। महाराज सच्चे पातशाह जी आप जी दे मुख मंडल दे विचों सोहनी चारू गिरा, चारू दा मतलब हुंदा सुंदर, आप जी दी सुंदर अमृतमयी बाणी असी सरवण करया करदे सी। हुण महाराज किहदे कोलों बह के बाणी सुनिया करांगे, किस पासों आप जी दे अमृत बचन सरवण करया करांगे, किस ते उपदेश सुने कर घेरा, किहदे आले दुआले बह के घेरा पा के चाह नाल बचन सुनिया करांगे। महाराज आप जी इत्थे सो ते तुहाडे चौं पासे घेरा पा के बड़े चाह नाल असीं आप जी दे अमृत बचन सुनदे सी। हुण महाराज किहदे बचन सुनिया करांगे, असीं किहदे आले दुआले घेराबंदी करके बैठिया करांगे, चाह नाल दर्शन करया करांगे। आनंद पावे, किस दे दर्शन करके सानू आनंद प्राप्त होवेगा। महाराज तुहाडे दर्शन करके साडे हिरदियां दा खेड़ा खिड़दा सी, तन मन होए निहाल, जां गुर देखां सामने। महाराज हुण किहदे दर्शन करया करांगे, किस दे दीदार करया करांगे, किवें साडे हिरदियां नूं आनंद प्राप्त होवेगा। लोक तों विश्वास वडेरा, महाराज सानू दोहां जहानां विच, इस लोक विच भी और परलोक विच भी तुहाडा यकीन है, तुहाडा वड्डा भारी विश्वास भरोसा साडे हिरदियां विच है। लोचन ते जल मोचत सोचत, इदां सिंह वैराग विच आके बोल बोलदे ने और नाले अपणियां अखां विचों साहिब दे वियोग विच नीर बहाउंदे हन। नेत्र सजल हुंदे ने, वैराग नाल कई ਸਿੰਘਾਂ ਦੀਆਂ ਤਾਹਾਂ निकल ਜਾਂਦੀਆਂ ने, नेत्रां दे विचों जल दियां अश्रुपात हो रहे हन। और मन विच बड़ी दुचताई है, सिर नीवा करके जमीन वाले पासे वेख रहे ने। भावें के कलगीधर साहब कह गए ने कि श्री गुरु ग्रंथ साहब जी तुहाडे गुरु हन, पर फिर भी ਸਿੰਘਾਂ ਦੇ ਮਨਾਂ ਨੂੰ ਧੀਰਜ कित्थे आ रहा है, किवें मन नूं ढारस प्राप्त होवे। बड़ी दुचिती विच अपने सीस जमीन वाले पासे करके नीवियां पा के बैठे वेखदे हन। सारे ਸਿੰਘਾਂ दे हिरदियां च वैराग है, सारियां ਸਿੰਘਾਂ दे हिरदियां विचों यही बोल निकल रहे ने जो उपरोक्त पहलां कहे ने। एक ਸਿੰਘ दूजे ਸਿੰਘ वाल अख चुक के नहीं पिया वेखदा, सारे आपो अपने परम वैराग की अवस्था विच बैठे ने। एक ਸਿੰਘ दूसरे ਸਿੰਘ दे मुख मंडल वाल नहीं वेखदा। कहंदे सिर नीवा ही करके जमीन वाल ही वेख रहे ने सारे, अखां चक के आले दुआले दूजे ਸਿੰਘਾਂ वाल कोई नहीं पिया वेखदा। कहंदे हुण वेखो भाई साहब प्रमाण उदाहरणा दे के इस बचन नूं बड़ा वैरागमई बनाउंदे हन। कहंदे जिवें बहुत सारियां नागां दी इक्को मणी होवे ते ओ मणी उन्हां नागां दे कोलों गवाच जाए, भाई कित लोप नहीं पुन पाई, ओ मणी उन्हां दे वेखदियां अलोप हो जाए ते उन्हां नागां नूं ओ मणी कितों ना मिल रही होवे। भाग बहीन वियोग सयो, कहंदे ओ हालत अज ਸਿੰਘਾਂ दी बनी हुई है। इत्थे ऐसा नहीं कि हुण कोई कहे भी ਸਿੰਘਾਂ नूं नाग बना दिता है, उदाहरण दे रहे ने। कहंदे जिवें नागां दी मणी गवाच जे सारियां दी इकट्ठियां दी अलोप हो जाए ते ओ नाग विजोग सह नहीं सकदे, इदां इन्हां ਸਿੰਘਾਂ दी विजोग दी अवस्था बनी हुई है। कहंदे असीं भागां तो विहूणे हां कि सतगुरां दा विजोग सह गए हां, नहीं तां सानू तां सतगुरां दे विछोड़े दी तड़फ विच ही मर जाना चाहीदा सी, विछोड़े दी बिरहा दी चोट नाल ही मर जाना चाहीदा सी। असीं भागां विहूणे हां कि सतगुरां दा विजोग सह गए हां। गुर संग गए न शरीर बिहाई, सोचदे ने आपस विच गल्लां भी करदे ने।
ਕਹਿੰਦੇ ਸਤਿਗੁਰੂ ਜੀ ਤੋਂ ਬਿਨਾਂ ਸਾਡੇ ਸਰੀਰ ਕਿਵੇਂ ਗਏ, ਇਹ ਸਾਡੇ ਸਰੀਰ ਕਿਉਂ ਨਾ ਬੀਤ ਗਏ, ਫਿਰ ਵੀ ਅਸੀਂ ਵਿਜੋਗ ਵਿੱਚ ਰਹਿ ਰਹੇ ਹਾਂ। ਇਹ ਸਾਡੇ ਮਾੜਿਆਂ ਭਾਗਾਂ ਦੀ ਨਿਸ਼ਾਨੀ ਹੈ। ਵੇਖੋ ਪ੍ਰੀਤ ਪਤੰਗਨ ਕੀ, ਸਾਡੇ ਨਾਲੋਂ ਤਾਂ ਉਹ ਪਤੰਗੇ ਚੰਗੇ ਨੇ ਜਿਹੜੇ ਜੀਵ ਕਹੇ ਜਾਂਦੇ ਨੇ, ਜੰਤੂ ਕਹੇ ਜਾਂਦੇ ਨੇ। ਕਹਿੰਦੇ ਉਹਨਾਂ ਪਤੰਗਿਆਂ ਦੀ ਦੀਵੇ ਨਾਲ ਕੈਸੀ ਪ੍ਰੀਤ ਹੁੰਦੀ ਹੈ। ਛਿਨ ਮੈਂ ਤਨ ਦੇਤ ਬਿਲੋਕ ਪ੍ਰਕਾਸ਼ਾ, ਜਦੋਂ ਉਸ ਦੀਵੇ ਦਾ ਪ੍ਰਕਾਸ਼ ਵੇਖਦਾ ਉਹ ਪਤੰਗਾ ਛਿਨ ਵਿੱਚ ਉਸ ਦੀਵੇ ਦੀ ਲਾਟ ਵਿੱਚ ਸੜ ਮਰਦਾ, ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਆਪਣੇ ਪਿਆਰੇ ਦੀ ਅਗਨੀ ਵਿੱਚ ਸੜ ਮੋਂਦਾ ਹੈ। ਨਾਦ ਸੁਨੇ ਐ ਲਾਦ ਹਿਰਦੇ ਕਰ, ਪਰ ਅਸੀਂ ਸਤਿਗੁਰਾਂ ਦੇ ਵਿਜੋਗ ਵਿੱਚ ਜੀਵਤ ਹਾਂ, ਸਾਡੇ ਨਾਲੋਂ ਤਾਂ ਉਹ ਪਤੰਗੇ ਚੰਗੇ ਹਨ। ਫਿਰ ਕਹਿੰਦੇ ਇੱਕ ਕੰਡੇ ਹੇੜੇ ਦੀ ਆਵਾਜ਼ ਨਾਲ ਪ੍ਰੀਤ ਕਰਕੇ, ਉਸ ਨਾਦ ਨਾਲ ਪ੍ਰੀਤ ਕਰਕੇ ਹੋਏ ਵਿਸਮਾਦ ਤੇ ਏਣੁ ਬਿਨਾਸਾ, ਔਰ ਜਿਹੜਾ ਹਿਰਨ ਹੈ ਉਹ ਵਿਸਮਾਦ ਹੋ ਕੇ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਸ਼ਿਕਾਰੀ ਦੇ ਕੋਲ ਜਾ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਕੰਡੇ ਹੇੜੇ ਦੀ ਪ੍ਰੀਤ ਵਿੱਚ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਏਕ ਸੁਗੰਧ ਤੇ ਅੰਧ ਮਧੂ, ਕਹਿੰਦੇ ਫਿਰ ਇੱਕ ਸੁਗੰਧੀ ਦੇ ਪ੍ਰੇਮ ਕਰਕੇ ਭਵਰਾ ਸਾਰਾ ਦਿਨ ਕਮਲ ਦੇ ਫੁੱਲ ਦੀ ਸੁਗੰਧੀ ਦਾ ਰਸ ਮਾਣਦਾ, ਉਹਦੇ ਤੇ ਮੰਡਰਾਉਂਦਾ ਹੈ। ਬ੍ਰਿਤੀ ਛੋਰਤ ਨਾਏ ਪ੍ਰਮੋਦ ਮੈਂ ਫਾਸਾ, ਉਹਦੇ ਪ੍ਰਮੋਦ ਵਿੱਚ ਉਸ ਸੁਗੰਧੀ ਦੇ ਵਿੱਚ ਐਸਾ ਫਸ ਜਾਂਦਾ, ਉਹਦੇ ਖੇੜੇ ਵਿੱਚ ਕਮਲ ਦੇ ਫੁੱਲ ਦੀਆਂ ਪੰਖੜੀਆਂ ਵਿੱਚ, ਕਿ ਉਹਨੂੰ ਉਹ ਛੱਡ ਕੇ ਨਹੀਂ ਜਾਂਦਾ, ਉਹਦੇ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਸਾਰਾ ਦਿਨ ਕਮਲ ਦੇ ਫੁੱਲ ਤੇ ਮੰਡਰਾਉਂਦਾ, ਰਾਤ ਨੂੰ ਜਦੋਂ ਕਮਲ ਦਾ ਫੁੱਲ ਮਿਚਦਾ ਉਹਦੇ ਵਿੱਚ ਕੈਦ ਹੋ ਜਾਂਦਾ ਹੈ ਔਰ ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਪਰ ਉਸ ਕਮਲ ਦੇ ਫੁੱਲ ਨੂੰ ਨਹੀਂ ਤਿਆਗਦਾ। ਮੀਨ ਰਹੇ ਜਲ ਤੇ ਸੁਚ ਸੋ, ਕਹਿੰਦੇ ਮੱਛੀ ਜਿਵੇਂ ਪਾਣੀ ਵਿੱਚ ਰਹਿੰਦੀ ਖੁਸ਼ੀਆਂ ਮਾਣਦੀ ਹੈ, ਪਾਣੀ ਵਿੱਚ ਰਹਿੰਦਿਆਂ ਉਸ ਦਾ ਜੀਵਨ ਹੈ। ਵਿਛਰੇ ਮਰ ਜਾਤ ਸੋ ਪ੍ਰੇਮੀ ਉਪਾਸਾ, ਪਰ ਜੇ ਉਹ ਮੱਛੀ ਪਾਣੀ ਤੋਂ ਵਿਛੜ ਜਾਏ ਤੇ ਪਾਣੀ ਤੋਂ ਵਿਛੜ ਕੇ ਮਰ ਜਾਂਦੀ ਹੈ, ਪਾਣੀ ਦੇ ਵਿਛੋੜੇ ਵਿੱਚ ਉਹ ਮਰ ਜਾਂਦੀ ਹੈ। ਕਿਆ ਇਹ ਜੰਤ ਮਲੀਨ ਮਹਾ, ਕਹਿੰਦੇ ਇਹ ਜਿਹੜੇ ਜੰਤ ਨੇ ਮਲੀਨ ਕਹੇ ਜਾਂਦੇ ਨੇ, 84 ਲੱਖ ਜੂਨੀਆਂ ਨੇ ਨਾ, ਇਹ ਜਿਹੜੇ ਜੰਤ ਉੱਪਰ ਕਹੇ ਨੇ ਸਾਰੇ ਪਸ਼ੂ ਕਹੇ ਜਾਂਦੇ ਨੇ, ਇਹ ਮਲੀਨ ਜੰਤ ਕਹੇ ਜਾਂਦੇ ਹਨ। ਕਰ ਪ੍ਰੇਮ ਕੋ ਦੇਤੇ ਆਪਣੇ ਪ੍ਰਾਨਾ, ਪਰ ਆਪਣੇ ਪਿਆਰੇ ਨਾਲ ਪ੍ਰੇਮ ਕਰਕੇ ਆਪਣੇ ਪ੍ਰਾਣ ਤਿਆਗ ਦਿੰਦੇ ਨੇ, ਭਾਵੇਂ ਇਹਨਾਂ ਨੂੰ ਮਲੀਨ ਜੰਤ ਕਿਹਾ ਜਾਂਦਾ ਹੈ, ਇਹ ਆਪਣੇ ਪਿਆਰੇ ਨਾਲ ਪ੍ਰੇਮ ਕਰਕੇ ਆਪਣੇ ਪ੍ਰਾਣ ਦੇ ਦਿੰਦੇ ਹਨ। ਹੈ ਹਮਰੋ ਤਨ ਮਾਨੁਖ ਕੋ, ਅਸੀਂ ਤਾਂ ਇਹਨਾਂ ਜੰਤੂਆਂ ਤੋਂ ਉੱਤਮ ਜੂਨੀ ਵਾਲੇ ਮਨੁੱਖ ਹਾਂ। ਸਾਡੇ ਸਰੀਰ ਤਾਂ ਮਾਨਵ ਕੋਟੀ ਦੇ ਹਨ, ਅਸੀਂ ਤਾਂ ਮਾਨਵੀ ਸਰੀਰ ਦੇ ਧਾਰਨੀ ਹਾਂ। ਸਭ ਜਾਣਤ ਮਨ ਲਾਭ ਅਰਹਾਨਾ, ਅਸੀਂ ਸਭ ਜਾਣਦੇ ਹਾਂ ਕਿ ਸਾਡਾ ਲਾਭ ਕੀ ਹੈ ਤੇ ਹਾਨੀ ਕੀ ਹੈ। ਇਹਨਾਂ ਜੰਤੂਆਂ ਨੂੰ ਤੇ ਆਪਣੇ ਹਾਨੀ ਲਾਭ ਦਾ ਨਹੀਂ ਨਾ ਪਤਾ, ਬਸ ਪ੍ਰੇਮ ਕਰਕੇ ਆਪਣਾ ਪਿਆਰੇ ਤੋਂ ਆਪਣਾ ਆਪ ਵਾਰ ਦਿੰਦੇ ਹੈ। ਪਰ ਅਸੀਂ ਤਾਂ ਮਨੁੱਖੀ ਸਰੀਰ ਵਿੱਚ ਇਹਨਾਂ ਜੰਤੂਆਂ ਨਾਲੋਂ ਉੱਤਮ ਹਾਂ, ਅਸੀਂ ਆਪਣਾ ਲਾਭ ਤੇ ਆਪਣੀ ਹਾਨੀ ਵੀ ਜਾਣਦੇ ਹਾਂ। ਸ਼੍ਰੀ ਗੁਰਪ੍ਰੀਤ ਸਦਾ ਸੁਖ ਦਾ, ਅਸੀਂ ਇਹ ਵੀ ਜਾਣਦੇ ਹਾਂ ਕਿ ਸਤਿਗੁਰਾਂ ਦੀ ਪ੍ਰੀਤ ਤਾਂ ਹਮੇਸ਼ਾ ਸੁਖਦਾਈ ਹੈ। ਇਹ ਇੱਕ ਅੰਗੀ ਪ੍ਰੀਤ ਹੈ ਨਾ ਜਨਤਾ ਦੀ। ਪਾਣੀ ਮੱਛੀ ਨਾਲ ਪ੍ਰੇਮ ਨਹੀਂ ਕਰਦਾ, ਦੀਵਾ ਪਤੰਗੇ ਨਾਲ ਪ੍ਰੇਮ ਨਹੀਂ ਕਰਦਾ, ਪਤੰਗਾ ਉਹਦੇ ਨਾਲ ਪ੍ਰੇਮ ਕਰਦਾ ਹੈ। ਜਿਹੜਾ ਭੌਰਾ ਉਹ ਕਮਲ ਦੇ ਫੁੱਲ ਨਾਲ ਪ੍ਰੇਮ ਕਰਦਾ, ਪਰ ਕਮਲ ਦਾ ਫੁੱਲ ਭਵਰੇ ਨਾਲ ਪ੍ਰੇਮ ਨਹੀਂ ਕਰਦਾ। ਇਹਨਾਂ ਦੀ ਇੱਕ ਅੰਗੀ ਪ੍ਰੀਤ ਹੈ, ਪਰ ਸਾਡੀ ਪ੍ਰੀਤ ਤਾਂ ਸਤਿਗੁਰਾਂ ਦੇ ਨਾਲ ਸੁਖਦਾਈ ਹੈ। ਜਿੰਨੀ ਪ੍ਰੀਤ ਅਸੀਂ ਸਾਹਿਬ ਨਾਲ ਕਰਦੇ ਹਾਂ, ਸਾਡੇ ਨਾਲ ਸਤਿਗੁਰੂ ਜੀ ਅੱਗੋਂ ਕਈ ਗੁਣਾ ਵੱਧ ਪ੍ਰੀਤ ਕਰਦੇ ਹਨ। ਸਤਿਗੁਰਾਂ ਦੀ ਪ੍ਰੀਤ ਜੋ ਬੜੀ ਸੁਖਦਾਈ ਹੈ। ਦੋਇ ਲੋਕਨ ਮੈਂ ਕਰਤੀ ਸੋ ਕਲਿਆਣਾ, ਸਤਿਗੁਰਾਂ ਦੀ ਪ੍ਰੀਤ ਦੋਹਾਂ ਜਹਾਨਾਂ ਵਿੱਚ ਕਲਿਆਣ ਕਰਦੀ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁਖੀ ਕਰਦੀ ਹੈ। ਸੋ ਹਮ ਜਾਨ ਮਹਾਤਮ ਕੋ, ਅਸੀਂ ਸਤਿਗੁਰਾਂ ਦੀ ਪ੍ਰੀਤ ਦੇ ਵੱਡੇ ਭਾਰੀ ਮਹਾਤਮ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਾਂ। ਨਿਰਭਾਏ ਨ ਕੀਨ
ਪਏ ਅਨਜਾਨਾ। ਪਰ ਅਸੀਂ ਸਤਿਗੁਰਾਂ ਨਾਲ ਆਪਣੀ ਪ੍ਰੀਤ ਨਹੀਂ ਨਿਭਾ ਸਕੇ, ਸਤਿਗੁਰਾਂ ਤੋਂ ਪਹਿਲਾਂ ਆਪਣੇ ਪ੍ਰਾਣ ਨਹੀਂ ਤਿਆਗ ਸਕੇ। ਫਿਰ ਸਾਡੇ ਨਾਲੋਂ ਤਾਂ ਉਹ ਮਲੀਨ ਜੰਤ ਚੰਗੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ, ਪਰ ਫਿਰ ਵੀ ਆਪਣੀ ਪ੍ਰੀਤ ਕਰਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ। ਸਾਡੇ ਲਈ ਸਾਹਿਬ ਦੀ ਪ੍ਰੀਤ ਦੋਹਾਂ ਜਹਾਨਾਂ 'ਚ ਸੁਖਦਾਈ ਹੈ, ਅਸੀਂ ਫੇਰ ਵੀ ਸਤਿਗੁਰਾਂ ਦੀ ਪ੍ਰੀਤ ਵਿੱਚ ਆਪਣੇ ਪ੍ਰਾਣ ਨਹੀਂ ਤਿਆਗ ਸਕੇ। ਉਹਨਾਂ ਦੇ ਵਿਛੋੜੇ ਦੇ ਇਸ ਸਮੇਂ ਨੂੰ ਆਪਣੇ ਤੇ ਚੱਲ ਰਹੇ ਹਾਂ, ਉਸ ਬਿਰਹਾ ਦੀ ਚੋਟ ਵਿੱਚ ਨਹੀਂ ਮਰੇ, ਤਾਂ ਇੱਥੇ ਸਾਬਤ ਹੁੰਦਾ ਹੈ ਕਿ ਸਾਡੇ ਨਾਲੋਂ ਉਹ ਜਿਹੜੇ ਜੀਵ ਜੰਤੂ ਨੇ ਉਹ ਚੰਗੇ ਹਨ। ਵੇਖੋ ਸਿੰਘਾਂ ਦੇ ਮਨਾਂ ਦਾ ਵਿਰਾਗ ਕੈਸਾ ਹੈ। ਕਹਿੰਦੇ ਉਹਨਾਂ ਦਾ ਸੁਭਾਅ ਫਿਰ ਸਾਡੇ ਨਾਲੋਂ ਭਲਾ ਹੈ। ਪਾਹਨ ਤੇ ਨਿਠਰੋ ਹਮਰੋ ਔਰ, ਆਪਣੇ ਮਨ ਹੀ ਮਨ ਪਛਤਾਵਾ ਕਰਦੇ। ਕਹਿੰਦੇ ਸਾਡੇ ਮਨ ਤਾਂ ਪੱਥਰ ਨਾਲੋਂ ਵੀ ਸਖਤ ਜਾਪਦੇ ਨੇ, ਸ਼ਾਇਦ ਸਾਡੇ ਮਨਾਂ ਨਾਲੋਂ ਪੱਥਰ ਵੀ ਕੋਮਲ ਹੋਵੇਗਾ, ਪੱਥਰਾਂ ਨਾਲੋਂ ਵੀ ਸਾਡੇ ਹਿਰਦੇ ਜ਼ਿਆਦਾ ਸਖਤ ਹਨ। ਪ੍ਰੀਤਮ ਕੇਰ ਵਿਜੋਗ ਸਹਾਰਾ, ਇਹ ਅਸੀਂ ਆਪਣੇ ਪਿਆਰੇ ਪ੍ਰੀਤਮ ਦਾ ਵਿਜੋਗ ਬਰਦਾਸ਼ਤ ਕਰ ਗਏ ਹਾਂ, ਸਹਾਰ ਗਏ ਹਾਂ। ਸਾਡੇ ਕੋਲੋਂ ਤਾਂ ਇਹ ਵਿਛੋੜਾ ਚੱਲਿਆ ਹੀ ਨਹੀਂ ਸੀ ਜਾਣਾ ਚਾਹੀਦਾ। ਵਿਛੋੜੇ ਦੀ ਇਸ ਤੜਫ ਦੇ ਵਿੱਚ ਹੁਣ ਤਾਈਂ ਤਾਂ ਸਾਨੂੰ ਤੜਫ ਕੇ ਪ੍ਰਾਣ ਤਿਆਗ ਦੇਣੇ ਚਾਹੀਦੇ ਸਨ, ਪਰ ਅਸੀਂ ਸਾਹਿਬ ਦੇ ਵਿਛੋੜੇ ਨੂੰ ਝੱਲ ਲਿਆ। ਜਾਪਦਾ ਸਾਡੇ ਜਿਹੜੇ ਦਿਲ ਨੇ, ਮਨ ਨੇ, ਉਹ ਪੱਥਰਾਂ ਨਾਲੋਂ ਵੀ ਜ਼ਿਆਦਾ ਕਠੋਰ ਹਨ। ਜਾਏ ਬਿਨਾ ਸੁਖ ਲੇਸ਼ ਨਹੀਂ, ਔਰ ਕਹਿੰਦੇ ਜਿਸ ਸਾਹਿਬ ਤੋਂ ਬਿਨਾ ਸਾਡੇ ਲਈ ਲੇਸ਼ ਮਾਤਰ ਵੀ ਨਹੀਂ ਦੁਨੀਆ ਦੇ ਸੁੱਖ। ਦੋਇ ਲੋਕਨ ਕੋ ਪ੍ਰਭ ਮਾਲਿਕ ਭਾਰਾ, ਐਸੇ ਸਤਿਗੁਰੂ ਜੀ, ਐਸੇ ਸਾਹਿਬ ਨੇ ਸਾਡੇ ਜਿਹੜੇ ਦੋਹਾਂ ਜਹਾਨਾਂ ਦੇ ਮਾਲਕ ਹਨ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਸੁਆਮੀ ਹਨ। ਤਾਂ ਬਿਨ ਬੈਠ ਰਹੇ ਬਨ ਦੀਨ, ਉਹਨਾਂ ਤੋਂ ਬਿਨਾ ਅਸੀਂ ਆਪਣੇ ਮਨ ਵਿੱਚ ਦੀਨ ਹੋ ਕੇ ਬੈਠੇ ਹਾਂ, ਦੁਖੀ ਹੋ ਕੇ ਬੈਠੇ ਹਾਂ। ਗਏ ਨਹਿ ਸਾਥ ਜੋ ਨਾਥੇ ਉਧਾਰਾ, ਐਸੇ ਉਧਾਰ ਸਤਿਗੁਰੂ ਜੀ ਜੋ ਸਾਡੇ ਨਾਥ ਨੇ, ਅਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਗਏ? ਅਸੀਂ ਕਿਉਂ ਨਾ ਮਰ ਗਏ ਉਹਨਾਂ ਦੇ ਵਿਛੋੜੇ ਵਿੱਚ? ਕਿਉਂ ਨਾ ਮਰੀਜਾ ਰੋਏ ਜਾਂ ਲਗ ਚਿਤ ਨਾ ਆਵਈ? ਕਿਉਂ ਨਾ ਮਰ ਗਏ ਉਹਨਾਂ ਦੇ ਵਿਛੋੜੇ ਦੀ ਤੜਫ ਵਿੱਚ? ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾਂ ਦੀ ਖੇਡ ਇਸ ਵੇਲੇ ਸਿੰਘਾਂ ਦੇ ਹਿਰਦਿਆਂ 'ਚ ਬਣੀ ਹੋਈ ਹੈ ਕਿ ਉਹਨਾਂ ਦੇ ਵਿਛੋੜੇ ਦੀ ਤੜਫ ਵਿੱਚ ਅਸੀਂ ਕਿਉਂ ਨਾ ਮਰ ਗਏ, ਉਹਨਾਂ ਦੇ ਨਾਲ ਹੀ ਕਿਉਂ ਨਾ ਚਲੇ ਗਏ। ਪੂਰ ਬਿਸੂਰਤ ਹੈ ਬਨ ਮੂਰਤ, ਏਦਾਂ ਮੂਰਤੀਆਂ ਬਣੇ ਬੈਠੇ ਨੇ ਸਿੰਘ ਜਿਵੇਂ ਪੱਥਰ ਦੀਆਂ ਮੂਰਤੀਆਂ ਹੁੰਦੀਆਂ, ਹਿਲ ਜੁਲ ਵੀ ਨਹੀਂ ਹੈ ਕਾਇਆ ਸਰੀਰਾਂ ਵਿੱਚ, ਔਰ ਮਨ ਹੀ ਮਨ ਝੂਰਦੇ ਹਨ। ਅੰਗੇ ਅਡੋਲ ਥਿਰੇ ਇੱਕ ਸਾਰਾ, ਔਰ ਇੱਕ ਅਡੋਲ ਹੋ ਕੇ ਕਹਿੰਦੇ ਸਾਰਿਆਂ ਦੇ ਅੰਗ ਇੱਕ ਜਗ੍ਹਾ ਤੇ ਥਿਰ ਹੋ ਕੇ ਬੈਠੇ ਹਨ। ਸ਼੍ਰੀ ਗੁਰ ਆਇਸ ਕੇ ਬਸ ਹੋਏ ਕਰ, ਕੀ ਕਰਨ? ਸਤਿਗੁਰਾਂ ਦੀ ਆਇਸ ਹੈ, ਸਤਿਗੁਰਾਂ ਦੀ ਆਗਿਆ ਸੀ, ਗੁਰਦੇਵ ਦੇ ਹੁਕਮ ਦੇ ਵਸ ਹੋ ਕੇ ਪ੍ਰਾਤ ਲੋ ਚਾਰੂ ਔਰ ਥਿਰੇ, ਕਹਿੰਦੇ ਦਿਨ ਚੜਨ ਤੱਕ, ਲੋ ਲੱਗਣ ਤਾਈਂ ਚਾਰੇ ਪਾਸੇ ਕਨਾਤ ਦੇ ਥਿਰ ਹੋ ਕੇ ਸਿੰਘ ਬੈਠੇ ਰਹੇ। ਦਾਸ ਤੁਰੰਗਨ ਮੈਂ ਗਮਨਿਓ ਇੱਕ, ਜਿਹੜਾ ਘੋੜਿਆਂ ਦਾ ਸੇਵਾਦਾਰ ਸੀ ਦਾਸ, ਉਹ ਵੀ ਉੱਥੋਂ ਜਦੋਂ ਦਿਨ ਲੱਗਾ ਤੇ ਤਬੇਲੇ ਵਿੱਚ ਗਿਆ ਜਿੱਥੇ ਸਤਿਗੁਰਾਂ ਦੇ ਘੋੜੇ ਬੱਧੇ ਸਨ। ਰੰਗ ਕੁਮੈਤ ਨ ਡੀਠ ਪਰੇ, ਕਿਉਂਕਿ ਰਾਤ ਨੂੰ ਗੁਰਦੇਵ ਨੇ ਕਿਹਾ ਸੀ ਵੀ ਘੋੜੇ ਸਾਰੇ ਜਿਹੜੇ ਸਾਡੇ ਨੇ ਉਹ ਸ਼ਿੰਗਾਰ ਦਿਓ। ਉਹ ਸ਼ਿੰਗਾਰ ਕੇ ਵਾਪਸ ਆ ਗਿਆ ਸੀ ਸਤਿਗੁਰਾਂ ਕੋਲ। ਜਦੋਂ ਦਿਨ ਚੜਿਆ ਤੇ ਉਹ ਜਦੋਂ ਤਬੇਲੇ ਵਿੱਚ ਗਿਆ ਵੀ ਘੋੜਿਆਂ ਦੇ ਘਾਹ ਪੱਠੇ ਦਾ ਜਾ ਕੇ ਪ੍ਰਬੰਧ ਕਰੀਏ, ਜਦੋਂ ਵੇਖਿਆ ਕੀ ਵੇਖਦਾ ਵੀ ਇੱਕ ਕੁਮੈਤ ਰੰਗ ਦਾ ਘੋੜਾ ਹੈ। ਸਤਿਗੁਰੂ ਕਲਗੀਧਰ ਜੀ ਨੂੰ ਬੜਾ ਪਿਆਰਾ ਸੀ ਉਹ ਕੁਮੈਤ ਰੰਗ, ਲਾਲ ਜੇ ਰੰਗ ਦੇ ਵਿੱਚੋਂ ਕਾਲਾ ਜਿਹਾ ਭਾ ਮਾਰਦਾ ਹੈ, ਲਾਖਾ ਵੀ ਕਹਿ ਦਿੰਦੇ ਆ ਉਹਨੂੰ।
ਉਹਨੂੰ ਕੁਮੈਤ ਕਹਿੰਦੇ ਘੋੜੇ ਨੂੰ, ਉਹੋ ਜਿਹੇ ਰੰਗ ਵਾਲੇ ਨੂੰ। ਕੁਮੈਤ ਰੰਗ ਦਾ ਘੋੜਾ ਉਹ ਵੇਖਿਆ ਸਿੰਘ ਨੇ, ਸੇਵਾਦਾਰ ਨੇ ਜਾ ਕੇ ਕਿ ਤਬੇਲੇ ਵਿੱਚ ਨਹੀਂ ਹੈ। ਹਾਂਜੀ। ਦਾਮ ਖੁੱਲੇ ਅਗਵਾਰ ਪਿਛਾਰੀ, ਉਹਦੀ ਰੱਸੀ ਜਿਹੜੀ ਗਲ 'ਚ ਪਾਈ ਹੋਈ ਉਹ ਵੀ ਖੁੱਲੀ ਪਈ ਆ ਉੱਥੇ, ਜਿਹੜੀ ਪੈਰਾਂ 'ਚ ਪਛਾੜੀ ਪਾਈ ਹੋਈ ਸੀ ਉਹ ਵੀ ਉੱਥੇ ਖੁੱਲੀ ਪਈ ਹੈ। ਬਿਲੋਕਤ ਪਾ ਤਿਸ ਥਾਨ ਪਰੇ, ਔਰ ਵੇਖਦਾ ਇੱਧਰ ਉੱਧਰ ਫਿਰ ਕੇ ਵੀ ਸ਼ਾਇਦ ਖੁੱਲ ਨਾ ਗਿਆ ਹੋਵੇ। ਸਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਪਰ ਘੋੜਾ ਨਹੀਂ ਦਿਸਿਆ। ਕੌਣ ਸਿਪੰਤ ਉਲੰਘ ਗਇਓ, ਕਿਉਂਕਿ ਬਾਹਰੋਂ ਦਰਵਾਜ਼ਾ ਬੰਦ ਸੀ, ਦਰਵਾਜ਼ਾ ਬੰਦ ਸੀ, ਘੋੜਾ ਬਾਹਰ ਨਹੀਂ ਸੀ ਜਾ ਸਕਦਾ ਖੁੱਲ ਕੇ। ਤੋ ਕਹਿੰਦਾ ਵੇਖ ਕੇ ਹੈਰਾਨ ਹੁੰਦਾ, ਕਹਿੰਦਾ ਘੋੜਾ ਕਿਸ ਰਸਤਿਓਂ ਗਿਆ। ਉਹ ਪੋੜ ਵੇਖਦਾ ਜ਼ਮੀਨ ਤੇ, ਪੈਰ ਵੇਖਦਾ ਵੀ ਸ਼ਾਇਦ ਪੈਰਾਂ ਦੇ ਨਿਸ਼ਾਨ ਲੱਭ ਜਾਣ, ਉਹ ਵੀ ਨਹੀਂ ਲੱਭਦੇ। ਹੈਰਾਨੀ ਨਾਲ ਵੇਖਦਾ, ਪਤਾ ਨਹੀਂ ਕਿਸ ਦਰਵਾਜ਼ੇ ਵਿੱਚੋਂ ਘੋੜਾ ਗਿਆ ਕਿੱਥੇ ਹੈ। ਤਿਸ ਰੀਤ ਰਹੇ ਇਹ ਦਵਾਰ ਪੇਰੇ, ਦਰਵਾਜ਼ੇ ਤਾਂ ਉਸੇ ਤਰ੍ਹਾਂ ਬੰਦ ਨੇ ਜਿਵੇਂ ਮੈਂ ਬੰਦ ਕਰਕੇ ਗਿਆ ਸੀ। ਘੋੜਾ ਕਿੱਥੇ ਚਲਾ ਗਿਆ, ਅਚਾਨਕ ਕਿੱਥੇ ਅਲੋਪ ਹੋ ਗਿਆ। ਆਨ ਪਨਿਓ ਸਭ ਸਿੰਘਨ ਬੀਚ, ਉਹ ਸੇਵਾਦਾਰ ਭੱਜਾ ਆਇਆ ਜਿੱਥੇ ਸਿੰਘ ਬੈਠੇ ਸੀ ਕਨਾਤ ਦੇ ਚਾਰੇ ਪਾਸੇ। ਸਿੰਘਾਂ ਨੂੰ ਆ ਕੇ ਉਹ ਸੇਵਾਦਾਰ ਕਹਿਣ ਲੱਗਾ, ਤਬੇਲੇ ਚੋਂ ਆਇਆ ਹੋਇਆ ਤੁਰੰਗ ਕੁਮੈਤ ਨਹੀਂ ਨਿਜ ਥਾਨੇ। ਕਹਿਣ ਲੱਗਾ, ਖਾਲਸਾ ਜੀ ਸਤਿਗੁਰਾਂ ਦਾ ਕੁਮੈਤ ਘੋੜਾ ਆਪਣੀ ਜਗ੍ਹਾ ਤੇ ਨਹੀਂ ਹੈ, ਤਬੇਲੇ ਵਿੱਚ ਸਤਿਗੁਰਾਂ ਦਾ ਕੁਮੈਤ ਘੋੜਾ ਨਹੀਂ ਹੈ। ਜ਼ੀਨ ਕੋ ਪਾਏ ਕਹਿ ਤਿਆਰ ਕਰੇ ਸਭ, ਸਤਿਗੁਰਾਂ ਦੇ ਹੁਕਮ ਨਾਲ ਮੈਂ ਸਾਰੇ ਘੋੜੇ ਜਿਹੜੇ ਸਤਿਗੁਰਾਂ ਦੇ ਸਨ ਉਹਨਾਂ ਤੇ ਕਾਠੀ ਪਾ ਕੇ, ਤਾਰੂ ਪਾ ਕੇ ਉਹਨਾਂ ਨੂੰ ਤਿਆਰ ਕੀਤਾ ਹੋਇਆ ਸੀ। ਏਕ ਪੈ ਆਪ ਚੜੇ ਪ੍ਰਸਥਾਨੇ, ਬਾਕੀ ਘੋੜੇ ਉੱਥੇ ਹੀ ਖੜੇ ਨੇ। ਜਾਪਦਾ ਜਿਹੜਾ ਕੁਮੈਤ ਰੰਗ ਦਾ ਘੋੜਾ ਉਹ ਕਲਗੀਧਰ ਪਾਤਸ਼ਾਹ ਸਵਾਰ ਹੋ ਕੇ ਲੈ ਗਏ ਹਨ। ਕੁਮੈਤ ਰੰਗ ਦਾ ਘੋੜਾ ਮੈਨੂੰ ਜਾਪਦਾ ਸਤਿਗੁਰੂ ਜੀ ਲੈ ਗਏ ਹਨ। ਸ਼੍ਰੋਨ ਸੁਨੇ ਬਿਸਮਾਏ ਬਿਲੋਕਤ, ਉਹ ਜਿੰਨੇ ਸਿੰਘ ਸਨ ਸੁਣ ਕੇ ਹੈਰਾਨ ਹੋਏ ਕਿ ਕੈਸੀ ਹੈਰਾਨੀ ਹੈ, ਕੈਸਾ ਵਿਸਮਾਦ ਹੈ। ਇਹ ਸਾਰੀ ਖੇਡ ਸਮਝ ਚ ਨਹੀਂ ਪਈ ਆਉਂਦੀ, ਇਹ ਬੁੱਧੀ ਗੋਚਰੀ ਨਹੀਂ ਹੈ। ਬਹੁਤ ਕੁਝ ਐਸਾ ਹੈ ਖਾਲਸਾ ਜੀ ਜੋ ਇਸ ਬੁੱਧੀ ਮੰਡਲ ਤੋਂ ਪਰੇ ਦੀ ਬਾਤ ਹੈ, ਜਿੱਥੇ ਬੁੱਧੀ ਦੇ ਘੋੜੇ ਨਹੀਂ ਪਹੁੰਚ ਸਕਦੇ, ਜਿੱਥੇ ਇਸ ਬੁੱਧੀ ਦੀ ਪਹੁੰਚ ਗਮਤਾ ਨਹੀਂ ਹੋ ਸਕਦੀ। ਆਖਰਕਾਰ ਇਨਸਾਨੀ ਬੁੱਧ ਕਿੱਥੇ ਤੱਕ ਜਾਏਗੀ। ਇਸ ਬੁੱਧੀ ਮੰਡਲ ਤੋਂ ਪਰੇ ਵੀ ਬਹੁਤ ਕੁਝ ਹੈ। ਭਾਈ ਵੀਰ ਸਿੰਘ ਸਾਹਿਬ ਨੇ ਇਸੇ ਕਰਕੇ ਕਿਹਾ ਨਾ, ਕਹਿੰਦੇ ਛੱਡ ਕੇ ਬੁੱਧੀ ਮੰਡਲੇ ਦੀਆਂ ਕੈਦਾਂ ਨੂੰ ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਬੁੱਧੀ ਮੰਡਲ ਦੀ ਕੈਦ ਚੋਂ ਨਿਕਲ ਕੇ ਅਸੀਂ ਇਹੋ ਜਿਹੇ ਵਲਵਲੇ ਦੇ ਦੇਸ਼ ਵਿੱਚ ਜਾ ਪਹੁੰਚੇ ਹਾਂ ਜਿੱਥੇ ਬੁੱਧੀ ਕੰਮ ਨਹੀਂ ਕਰਦੀ। ਜਦੋਂ ਬੁੱਧੀ ਕੰਮ ਨਹੀਂ ਨਾ ਕਰਦੀ ਉਦੋਂ ਕਹਿਣਾ ਪੈਂਦਾ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਅਸੀਂ ਨਹੀਂ ਜਾਣ ਸਕਦੇ। ਸਿੰਘ ਹੈਰਾਨ ਨੇ, ਇਹ ਕੀ ਖੇਡ ਹੈ। ਉਹਨਾਂ ਵਿੱਚੋਂ ਸਿੰਘ ਵੇਖ ਕੇ ਆਏ ਨੇ ਅੰਗੀਠੇ ਵਿੱਚ ਕਿ ਅੰਗੀਠੇ ਦੀ ਅਗਨੀ ਸਾਹਿਬ ਦੇ ਤਨ ਨੂੰ ਜਲਾ ਨਹੀਂ ਸਕੀ। ਫਿਰ ਇਹ ਘੋੜਾ ਕਹਿੰਦੇ ਅਲੋਪ ਹੋ ਗਿਆ, ਕਿਸੇ ਦਰਵਾਜ਼ੇ ਚੋਂ ਬਾਹਰ ਨਹੀਂ ਨਿਕਲਿਆ। ਇੱਕੋ ਘੋੜਾ ਅਲੋਪ ਹੋਇਆ, ਬਾਕੀ ਖੜੇ ਨੇ। ਤਬੇਲੇ ਵਿੱਚੋਂ ਆਏ ਹੋਏ ਸਿੰਘ ਦੀ ਧਾਰਨਾ ਮੁਤਾਬਕ ਉਹ ਕਹਿੰਦਾ ਕਿ ਜਾਪਦਾ ਕਲਗੀਧਰ ਜੀ ਉਹ ਘੋੜਾ ਲੈ ਕੇ ਚਲੇ ਗਏ ਨੇ। ਹੈਰਾਨ ਨੇ ਸਭ, ਵਿਸਮਾਦ ਹੈ, ਕੁਝ ਸਮਝ ਨਹੀਂ ਆ ਰਿਹਾ। ਏਕ ਨਹੀਂ ਹਿਤ ਜਾਂ ਪਰ ਠਾਨੇ, ਕਹਿੰਦੇ ਕੀ ਕਰਨ ਸੋਚਦੇ ਨੇ। ਫਿਰ ਉਹ ਗੱਲਾਂ ਕਰਦੇ। ਸੇਵਾਦਾਰ ਕਹਿ ਰਿਹਾ ਜਿਹੜਾ ਤਬੇਲੇ ਚੋਂ ਆਇਆ, ਕਹਿੰਦਾ ਘੋੜੇ ਬਾਕੀ ਖੜੇ ਨੇ ਸਤਿਗੁਰਾਂ ਦੇ, ਪਰ ਇੱਕ ਨਹੀਂ ਹੈ ਜਿਹਦੇ ਨਾਲ ਜ਼ਿਆਦਾ ਲਾਡ ਕਰਦੇ ਸੀ ਮਹਾਰਾਜ ਜੀ। ਜਿਹਨੂੰ ਖਾਸ ਕਰਕੇ ਕੁਮੈਤ ਰੰਗ ਦਾ ਜਿਹੜਾ ਘੋੜਾ ਸੀ ਸਤਿਗੁਰਾਂ ਦਾ, ਉਹਦੇ ਨਾਲ ਜ਼ਿਆਦਾ ਸਨੇਹ ਸੀ ਸਤਿਗੁਰਾਂ ਦਾ। ਕਹਿੰਦੇ ਜਿਹਦੇ ਨਾਲ ਜ਼ਿਆਦਾ ਸਨੇਹ ਸੀ ਉਹ ਨਹੀਂ ਹੈ ਉੱਥੇ, ਬਾਕੀ ਉੱਥੇ ਹੀ ਖੜੇ ਹਨ। ਔਰ ਖਰੇ ਅਸ ਮੋਚਤੈ ਅਸ, ਬਾਕੀ ਜਿਹੜੇ ਸਤਿਗੁਰਾਂ ਦੇ ਘੋੜੇ ਨੇ
ਉਹ ਉੱਥੇ ਖਲੋਤੇ ਨੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ। ਉਹ ਪਸ਼ੂ ਨੇ ਪਰ ਬੜੇ ਸਿਆਣੇ ਨੇ। ਉਹਨਾਂ ਘੋੜਿਆਂ ਦੇ ਨੇਤਰਾਂ ਦੇ ਵਿੱਚੋਂ ਵੀ ਹੰਝੂ ਵਹਿ ਰਹੇ ਨੇ, ਉਹਨਾਂ ਦੀਆਂ ਅੱਖਾਂ ਚੋਂ ਵੀ ਨੀਰ ਵਹਿ ਰਿਹਾ ਹੈ। ये संदेह पाए किम जाने, ਕਹਿੰਦੇ ਬੜਾ ਸੰਦੇਹ ਹੈ ਵੀ ਸਾਨੂੰ ਨਹੀਂ ਵੀ ਸਮਝ ਆਉਂਦੀ ਵੀ ਇਹ ਕੀ ਹੋਇਆ, ਕੀ ਵਰਤਿਆ ਤੇ ਕੀ ਬਣ ਰਿਹਾ। दोए करी जब दिवस चढ़ियो, ਏਦਾਂ ਗੱਲਾਂ ਹੋ ਰਹੀਆਂ ਨੇ। 2 ਘੜੀਆਂ ਜਦੋਂ ਦਿਨ ਚੜ ਗਿਆ, ਸਵੇਰ ਦਾ ਦਿਨ ਹੋ ਗਿਆ, ਪੂਰੀ ਲੋ ਲੱਗ ਗਈ, 2 ਘੜੀਆਂ ਦਿਨ ਚੜਿਆ। बोरो चित सोचित संकट पाए, ਸੋਚੀ ਜਾਂਦੇ ਨੇ ਬੈਠੇ ਸਿੰਘ ਤੇ ਮਨ ਚ ਬੜਾ ਡਾਢਾ ਸੰਕਟ ਹੈ। ਬਿਰਹਾ ਦੀ ਇਹ ਵੇਦਨ, ਵਿਛੋੜੇ ਦਾ ਇਹ ਵਸਲ, ਵਿਛੋਹੇ ਜੰਬੂਰ, ਇਹ ਜੰਬੂਰਾ ਵਾਂਗੂ ਚੁੱਭਦੇ ਨੇ ਖਾਲਸਾ ਜੀ। ਜਿਹੜੀ ਵਿਛੋੜੇ ਦੀ ਪੀੜਾ ਹੈ ਨਾ, ਇਹ ਨਾ ਬਰਦਾਸ਼ਤ ਨਹੀਂ ਹੈ। ਵਿਛੋੜੇ ਦੀ ਇਸ ਪੀੜਾ ਨੂੰ ਮੇਰੇ ਸਾਹਿਬ ਗੁਰੂ ਕਲਗੀਧਰ ਨੇ ਵਰਣਨ ਕੀਤਾ ਹੈ। ਸੂਲ ਸੁਰਾਹੀ, ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਕਸਾਈਆਂ ਕੋਲ ਇੱਕ ਬਿੰਗ ਹੁੰਦਾ, ਜਿਉਂਦੇ ਬੱਕਰੇ ਦੇ ਤਨ ਵਿੱਚ ਧਸਾ ਕੇ ਉਹਦਾ ਖੂਨ ਨਿਚੋੜਦੇ। ਬੜੀ ਭਿਆਨਕ ਦਰਦ ਹੁੰਦੀ ਹੈ। ਕਹਿੰਦੇ ਇੱਕ ਇੱਕ ਪਲ ਕਲਗੀਧਰ ਦੇ ਵਿਛੋੜੇ ਦਾ ਸਿੰਘਾਂ ਲਈ ਉਹ ਬਿੰਗ ਦੇ ਚੁੱਭਣ ਦੇ ਤੁੱਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹੈ, 1000 ਤਲਵਾਰ ਉਹਦਾ ਫੱਟ ਸਰੀਰ ਤੇ ਵੱਜੇ ਇੱਕੋ ਵਾਰ, ਜਾਂ 1000 ਬਿੱਛੂ ਇੱਕੋ ਵੇਰੇ ਇੱਕੋ ਟਾਈਮ ਦੇ ਵਿੱਚ ਡਸ ਲਵੇ, ਤੇ ਜਿਤਨੀ ਪੀੜਾ ਹੁੰਦੀ ਹੈ ਨਾ, ਸੇਵਕ ਨੂੰ ਆਪਣੇ ਸਾਹਿਬ ਦੇ ਨਾਲੋਂ ਵਿਛੋੜੇ ਦੇ ਇੱਕ ਪਲ ਵਿੱਚ ਇਤਨੀ ਭਿਆਨਕ ਪੀੜਾ ਵਿਆਪਦੀ ਹੈ। ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣ ਨਸੂਲੀਆਂ, ਜਿਨ੍ਹਾਂ ਦੇ ਅੰਦਰ ਉਮਰ ਥਲ ਇੱਕ ਫੋੜਾ ਹੁੰਦਾ ਜਿਹੜਾ ਅੰਦਰ ਪੇਟ ਦੇ ਵਿੱਚ ਹੋ ਜਾਂਦਾ, ਅਲਸਰ ਟਾਈਪ, ਉਹਦੀ ਬੜੀ ਭਿਆਨਕ ਸੂਲ ਤੇ ਦਰਦ ਉੱਠਦੀ ਹੈ, ਚੀਸ ਉੱਠਦੀ ਹੈ ਅੰਦਰੋਂ। ਪਾਤਸ਼ਾਹ ਗੁਰਬਾਣੀ ਵਿੱਚ ਇਹ ਫਰਮਾਨ ਕਰ ਰਹੇ ਨੇ, ਕਹਿੰਦੇ ਜਿਨ੍ਹਾਂ ਅੰਦਰ ਆਪਣੇ ਪਿਆਰੇ ਦੇ ਵਿਛੋੜੇ ਦੇ ਉਮਰ ਥਲ ਦਾ ਫੋੜਾ ਹੈ ਨਾ, ਉਹਦੀ ਜਿਹੜੀ ਚੀਸ ਹੈ, ਉਹਦੀ ਜਿਹੜੀ ਕਰਕ ਕਲੇਜੇ ਵਿੱਚ ਹੈ ਨਾ, ਉਹ ਉਹੀ ਜਾਣਦਾ, ਉਹ ਬਿਆਨ ਕਰਕੇ ਨਹੀਂ ਦੱਸ ਸਕਦਾ, ਉਹੀ ਦੱਸ ਸਕਦਾ। ਉਸ ਵੇਦਨ ਨੂੰ ਕੋਈ ਵਰਣਨ ਕਰਕੇ ਨਹੀਂ ਦੱਸ ਸਕਦਾ। ਉਹ ਵੇਦਨ ਵਿਛੋੜੇ ਦੀ ਵੇਦਨ, ਬਿਰਹਾ ਦੀ ਵੇਦਨ, ਜਿੰਨੇ ਸਿੰਘ ਬੈਠੇ ਨੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ। ਈਂਦਨ ਲਿਆਵਨ ਹਾਰ ਹੋ ਤੋ, ਜਿਹੜਾ ਗੁਰੂ ਕੇ ਲੰਗਰਾਂ ਵਾਸਤੇ ਲੱਕੜ ਲਿਆਉਂਦਾ ਸੀ ਨਾ ਸਿੰਘ ਸੇਵਾਦਾਰ, ਉਹ ਸਵੇਰੇ ਸਵਖਤੇ ਹੀ ਚਲਾ ਜਾਂਦਾ ਸੀ, 4-5 ਵਜੇ ਉਹਨੇ ਚੱਲਿਆ ਜਾਣਾ। ਉਹ ਜਿਹੜਾ ਈਂਧਣ ਲਿਆਉਣ ਵਾਲਾ ਸਿੰਘ ਸੀ, ਇਹਨੇ ਨੂੰ ਬਾਲਣ ਦੀ ਪੰਡ ਉਹਨੇ ਚੁੱਕੀ ਹੋਈ ਸਿਰ ਤੇ, ਉਹ ਬਾਲਣ ਲੈ ਕੇ ਆਇਆ। ਤਿੰਨ ਬਾਹਰ ਸ਼੍ਰੀ ਪ੍ਰਭ ਕੋ ਦਰਸਾਏ, ਉਹ ਜਿਹੜਾ ਬਾਲਣ ਲੈਣ ਗਿਆ ਹੋਇਆ ਸਿੰਘ ਸੀ, ਉਹਨੇ ਜੰਗਲ ਵਿੱਚ ਕਲਗੀਧਰ ਦੇ ਦਰਸ਼ਨ ਕੀਤੇ। ਮਹਾਰਾਜ 10ਵੇਂ ਪਾਤਸ਼ਾਹ ਦੇ ਲੱਕੜਾਂ ਇਕੱਠਾ ਕਰਦਾ ਸੀ ਤੇ 10ਵੇਂ ਪਾਤਸ਼ਾਹ ਦੇ ਦੀਦਾਰ ਕੀਤੇ। ਆਏ ਗਇਓ ਪੁਨ ਸਿੰਘਨ ਮੈਂ, ਅੱਗੇ ਥੋੜਾ ਜਿਹਾ ਲੇਟ ਆਉਂਦਾ ਸੀ, ਅੱਜ ਬੜੀ ਕਾਹਲੀ ਨਾਲ ਬਾਲਣ ਜਿੰਨਾ ਕੁ ਇਕੱਠਾ ਹੋਇਆ, 2 ਘੜੀਆਂ ਦਿਨ ਚੜ੍ਹਦਿਆਂ ਤਾਈਂ ਉਹ ਸਿੰਘ ਵਾਪਸ ਆ ਗਿਆ ਜਿੱਥੇ ਸਾਰੇ ਸਿੰਘ ਬੜੇ ਵਿਰਾਗ ਚ ਬੈਠੇ ਨੇ। ਜੈ ਸ਼ੋਕ ਸਮੇਤ ਹਿਰਦੇ ਸਮੁਦਾਏ, ਜਿਹੜੇ ਸਾਰੇ ਸਿੰਘ ਬੜੇ ਸ਼ੋਕ ਚ ਬੈਠੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਬੜੀ ਡਾਢੀ ਪੀੜਾ ਹੈ, ਦੁੱਖ ਹੈ। ਹੀਰ ਖਰੋ ਹੋਏ ਦੀਨ ਸੰਦੇਸੇ, ਉਹਨੇ ਸਿੰਘਾਂ ਦੀ ਦਸ਼ਾ ਵੇਖੀ ਤੇ ਵੇਖ ਕੇ ਕਲਗੀਧਰ ਦਾ ਸੁਨੇਹਾ ਸਾਰੇ ਸਿੰਘਾਂ ਨੂੰ ਦਿੱਤਾ। ਉਸ ਸਿੰਘ ਨੇ, ਕਲਗੀਧਰ ਜੀ ਨੇ ਸੁਨੇਹਾ ਭੇਜਿਆ ਸੀ ਉਸ ਸਿੰਘ ਦੇ ਹੱਥ, ਤੇ ਉਹਨੇ ਉਹ ਸੁਨੇਹਾ ਸਾਰੇ ਸਿੰਘਾਂ ਨੂੰ ਦਿੱਤਾ। ਮੋਹੇ ਮਿਲੋ ਗੁਰ ਦੂਰ ਸਥਾਏ, ਉਹਨੇ ਦੱਸਿਆ ਖਾਲਸਾ ਜੀ ਕਿਉਂ ਵਿਰਾਗ ਕਰ ਰਹੇ ਹੋ? ਕਲਗੀਧਰ ਪਾਤਸ਼ਾਹ ਮੈਨੂੰ ਜੰਗਲ ਦੇ ਵਿੱਚ ਮਿਲੇ ਹਨ, ਬਨ ਵਿੱਚ ਦੂਰ,
ਥਾਂ ਯਾਨੀ ਕਿ ਬਨ ਵਿੱਚ ਮਹਾਰਾਜ ਜੀ ਮੈਨੂੰ ਮਿਲੇ ਹਨ। ਸ਼੍ਰੀ ਮੁਕਤੇ ਫੁਰਮਾਵਨ ਕੀਨ, ਕਲਗੀਧਰ ਜੀ ਨੇ ਮੈਨੂੰ ਫਰਮਾਇਆ ਹੈ, ਮੈਨੂੰ ਹੁਕਮ ਕੀਤਾ, ਤੁਹਾਡੇ ਸਾਰਿਆਂ ਪ੍ਰਤੀ ਹੁਕਮ ਭੇਜਿਆ ਹੈ। ਕਹੋ ਸਭ ਸਿੰਘਨ ਕੋ ਸਮਝਾਏ, ਮੇਰੇ ਰਾਹੀ ਸਤਿਗੁਰਾਂ ਨੇ ਹੁਕਮ ਭੇਜਿਆ। ਉਹਨਾਂ ਆਖਿਆ ਜਾ ਕੇ ਸਾਰੇ ਸਿੰਘਾਂ ਨੂੰ ਸਮਝਾ ਕੇ ਕਹਿ ਦਿਓ, ਆਏ ਤੁਰੰਗਮ ਤੀਰ ਗਏ ਹਮ, ਕਿ ਜਿਹੜਾ ਕੁਮੈਤ ਘੋੜਾ ਸੀ ਸਾਡਾ, ਉਹ ਘੋੜਾ ਸਾਡੇ ਕੋਲ ਆ ਗਿਆ, ਉਹ ਘੋੜਾ ਸਾਡੇ ਪਾਸ ਹੈ। ਵਾਹਨ ਬੇਗ ਬਲੀ ਚਪਲਾਏ, ਇਹ ਵਾਹਨ ਜਿਹੜਾ ਬੜਾ ਵੇਗ ਤੇਜ਼ੀ ਨਾਲ ਚੱਲਣ ਵਾਲਾ ਚੰਚਲ ਘੋੜਾ ਹੈ, ਉਹ ਘੋੜਾ ਸਾਡੇ ਤਾਈਂ ਪਹੁੰਚ ਗਿਆ। ਇਸ ਕਰਕੇ ਫਿਕਰ ਨਾ ਕਰਿਓ। ਸ਼ੋਕ ਨ ਚਿੰਤ ਕਰੋ ਚਿਤ ਮੈਂ, ਖਾਲਸਾ ਜੀ ਆਪਣੇ ਹਿਰਦੇ 'ਚ ਨਾ ਸਾਡੇ ਜਾਣ ਦਾ ਸ਼ੋਕ ਕਰੋ ਤੇ ਨਾ ਸਾਡੇ ਜਾਣ ਦੀ ਚਿੰਤਾ ਕਰੋ। ਮੈਂ ਕਿਤੇ ਨਹੀਂ ਗਿਆ ਹੋਇਆ। ਆਪਣੇ ਮਨ 'ਚ ਨਾ ਸ਼ੋਕ ਕਰਨਾ, ਨਾ ਚਿੰਤਾ ਕਰਨੀ ਹੈ। ਸਤਨਾਮ ਜਪੋ ਹੋਏ ਅੰਤ ਸਹਾਏ, ਸਾਰਿਆਂ ਨੇ ਜਪਣਾ ਹੈ ਸਤਨਾਮ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਆ, ਭਾਈ ਸੱਚੇ ਨਾਮ ਦਾ ਜਾਪ ਜਪਣਾ ਜਿਸ ਨੇ ਤੁਹਾਡੀ ਅੰਤਲੇ ਸਮੇਂ ਸਹਾਇਤਾ ਕਰਨੀ ਹੈ। ਨਾਮ ਜਪੋ, ਨਾ ਸਾਡੀ ਕਿਸੇ ਚਿੰਤਾ ਕਰਨੀ ਹੈ, ਨਾ ਸਾਡੇ ਜਾਣ ਦਾ ਕਿਸੇ ਸ਼ੋਕ ਮਨਾਉਣਾ। ਸਭ ਨੇ ਸੱਚੇ ਨਾਮ ਦਾ ਜਾਪ ਜਪਣਾ ਹੈ। ਯੋਂ ਕਹਿ ਸ਼੍ਰੀ ਪ੍ਰਭ ਜਾਤ ਪਏ, ਇਸ ਤਰ੍ਹਾਂ ਇਹ ਬਚਨ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚਲੇ ਗਏ ਨੇ ਸਾਨੂੰ ਏਦਾਂ ਬਚਨ ਕਰਕੇ। ਸੁਨ ਕੇ ਗੁਰ ਬਾਤ ਸਭੇ ਬਿਸਮਾਏ, ਜਿੰਨੇ ਸਿੰਘ ਬੈਠੇ ਬੜੇ ਹੈਰਾਨ, ਉਹ ਸੋਚ ਵੀ ਰਹੇ ਸੀ ਵੀ ਘੋੜਾ ਕਿੱਥੇ ਗਿਆ। ਹੁਣ ਪੂਰਾ ਨਿਸ਼ਚਾ ਹੋ ਗਿਆ ਵੀ ਉਹ ਘੋੜਾ ਤਾਂ ਵਾਕਈ ਕਲਗੀਧਰ ਪਾਤਸ਼ਾਹ ਦੇ ਕੋਲ ਹੈ, ਉਹ ਕਿਤੇ ਨਹੀਂ ਗਏ, ਉਹ ਤਾਂ ਅੱਜ ਵੀ ਹਾਜ਼ਰ ਨੇ। ਸਾਰੇ ਸਿੰਘ ਬੜੇ ਵਿਸਮਾਦ ਵਿੱਚ, ਹੈਰਾਨੀ ਵਿੱਚ ਹਨ। ਦੋਹਰਾ ਸੰਮਤ 17 ਸੈਂਥਿਤੇ, ਪੁਨ 65 ਪਹਿਚਾਨ। ਕਲਗੀਧਰ ਜੀ ਦੇ ਸੱਚਖੰਡ ਜਾਣ ਦਾ ਸੰਮਤ ਬਿਕਰਮੀ ਸੰਨ ਦੱਸ ਰਹੇ ਨੇ। ਸੰਮਤ 1700 ਬੀਤ ਗਏ, ਉੱਪਰ 65 ਯਾਨੀ ਕਿ 1765 ਸੰਮਤ ਬਿਕਰਮੀ ਔਰ 1708 ਈਸਵੀ। ਈਸਵੀ ਦਾ ਸਾਲ 1708 ਬਣਦਾ, ਪਰ ਉਦੋਂ ਈਸਵੀ ਸੰਨ ਨਹੀਂ ਸੀ ਚੱਲਦਾ, ਸੰਮਤ ਬਿਕਰਮੀ ਚੱਲਦਾ ਸੀ। ਤੋ ਭਾਈ ਸਾਹਿਬ ਨੇ ਸੰਮਤ ਬਿਕਰਮੀ ਸੰਨ ਲਿਖਿਆ। ਸੰਮਤ 1765 ਸਾਲ, 1765 ਦਾ ਸਾਲ ਸੀ, ਯਾਨੀ ਕਿ 1708 ਈਸਵੀ ਦਾ ਸਾਲ ਸੀ। ਕਾਤਕ ਕੀ ਸ਼ੁद्धि ਪੰਚਮੀ, ਨਿਸਬੈ ਕੁੰਟ ਪਿਆਨ। ਕੱਤਕ ਸੁਦੀ ਪੰਚਮੀ ਦਾ ਦਿਨ ਸੀ, ਔਰ ਕੱਤਕ ਸੁਦੀ ਪੰਚਮੀ ਦੀ ਰਾਤ ਨੂੰ, ਪੰਚਮੀ ਔਰ ਛੇਵੀਂ ਦੀ ਜਿਹੜੀ ਵਿਚਕਾਰਲੀ ਰਾਤ ਹੁੰਦੀ ਹੈ, ਉਸ ਦਿਨ ਮਹਾਰਾਜ ਕਲਗੀਧਰ ਜੋਤੀ ਜੋਤ ਸਮਾਏ ਨੇ। ਸਾਹਿਬ ਦਾ ਉਹ ਜੋਤੀ ਜੋਤ ਦਿਵਸ ਹੁਣ ਵੀ ਦੀਵਾਲੀ ਵਾਲੇ ਦਿਨ ਤੋਂ 5ਵੇਂ ਦਿਨ, ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ, ਔਰ 5ਵੀਂ ਵਾਲੇ ਦਿਨ ਮਹਾਰਾਜ ਕਲਗੀਧਰ ਦਾ ਜੋਤੀ ਜੋਤ ਦਿਵਸ ਅੱਜ ਵੀ ਸ੍ਰੀ ਹਜ਼ੂਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ। ਤੋ ਕੱਤਕ ਸੁਦੀ ਪੰਚਮੀ ਦੀ ਜਿਹੜੀ ਰਾਤ ਸੀ, ਉਸ ਰਾਤ ਮਹਾਰਾਜ ਕਲਗੀਧਰ ਜੀ ਸੱਚਖੰਡ ਗਏ ਹਨ। ਦੋਹਰਾ ਸ਼ੋਕ ਕਰੇ ਬੈਠੇ ਸਕਲ, ਸੁਨ ਤੁਰੰਗ ਕੀ ਬਾਤ। ਸਾਰਿਆਂ ਦੇ ਮਨਾਂ ਵਿੱਚ ਬੜਾ ਵੱਡਾ ਭਾਰੀ ਸ਼ੋਕ ਹੈ, ਵੈਰਾਗ ਹੈ ਸਿੰਘਾਂ ਦੇ। ਔਰ ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਘੋੜਾ ਸਤਿਗੁਰਾਂ ਦੇ ਕੋਲ ਹੈ, ਔਰ ਪਾਤਸ਼ਾਹ ਸਵਾਰੀ ਕਰਦੇ ਆ ਇਸ ਸਿੰਘ ਨੂੰ ਜੰਗਲ ਵਿੱਚ, ਬਨ ਵਿੱਚ ਮਿਲੇ ਹਨ। ਨਿਜ ਵਾਹਨ ਕੋ ਲੈ ਗਏ, ਗੁਰੂ ਬੀਰ ਬਖਿਆਤ। ਸਿੰਘਾਂ ਨੂੰ ਨਿਸ਼ਚਾ ਹੋ ਗਿਆ ਕਿ ਸਤਿਗੁਰੂ ਜੀ ਆਪਣਾ ਵਾਹਨ ਵੀ ਆਪਣੇ ਨਾਲ ਲੈ ਗਏ ਨੇ, ਜੋ ਸਾਰੇ ਜਗਤ ਵਿੱਚ ਵੀਰ ਤੇ ਯੋਧੇ ਬਣ ਕੇ ਵਿਖਿਆਤ ਨੇ, ਪ੍ਰਗਟ ਨੇ। ਚੌਪਈ ਜਾਮ ਦਿਵਸ ਜਬ ਹੀ ਚੜ ਆਏ, ਤਾਂ ਇੱਕ ਪੈਰ ਦਿਨ ਚੜ ਆਇਆ। ਬੈਠਿਆਂ ਬੈਠਿਆਂ ਰਾਤ ਦੇ ਅੰਮ੍ਰਿਤ ਵੇਲੇ ਦੇ ਸਿੰਘ ਬੈਠੇ ਨੇ,
ਜਦੋਂ ਸਤਿਗੁਰੂ ਜੋਤੀ ਜੋਤ ਸਮਾਏ ਨੇ। ਕਹਿੰਦੇ ਲੋਲ ਲੱਗੀ ਹੋਈ, यानी कि एक पैर दिन बीत गया बैठिया बैठिया। चितवें गुर चरित्र बिसमाए। सतगुरु जी दे अनेक प्रकार दे चरित्रां नूं अपने मन ही मन चितवदे ने, नाले हैरान हुंदे ने भी ये खेड की खेड है, की समझिए भी सतगुरु ज्योति जोत समाए ने कि नहीं समाए। आखो सतनाम श्री वाहिगुरू। जे वेखदे आ साडे अखां दे सामने ज्योति जोत समाए ने, जदों आ ਸਿੰਘਾਂ ਦੀ बात सुनदे आ, घोड़े ਦੀ वारता सुनदे आ, फिर तां इत्थे ही ने, ਉਹ ਤਾਂ गए ही नहीं किते। हैरान ने किवें जाणीए की समझिए। बड़े मन ही मन विस्माद विच सतगुरां दे चरित्र वेख के हैरान हो रहे ने। एक साध पुन चल कर आयो। इन्ने नूं एक साधु, एक महात्मा, ਉਹਦਾ ਸਥਾਨ ਵੀ ਸ੍ਰੀ ਹਜੂਰ ਸਾਹਿਬ ਦੇ ਨੇੜੇ ਬਣਿਆ ਹੋਇਆ। ਉਥੋਂ महात्मा चल के सतगुरु जी दे स्थान ते आया। ਸਿੰਘਨ को अविलोक अलायो। ਉਹਨੇ ਜਦੋਂ ਸਿੰਘ ਵੇਖੇ ਵੀ ਸਾਰਾ ਖਾਲਸਾ ਇਕੱਠਾ ਬੈਠਾ ਹੈ ਤੇ ਬੜੇ ਵਿਰਾਗ ਵਿੱਚ ਹਨ। तुम किम बैठे हो मिल करके। ਉਹਨੂੰ ਸਾਧੂ ਨੂੰ ਨਹੀਂ ਸੀ ਪਤਾ ਵੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਅੱਜ ਜੋਤੀ ਜੋਤ ਸਮਾਏ ਨੇ, ਸੱਚਖੰਡ ਗਏ ਨੇ। ਉਹ ਸਾਧ ਕਹਿਣ ਲੱਗਾ ਸਿੰਘਾਂ ਨੂੰ, ਕਹਿੰਦਾ ਵੀ ਸਿੰਘੋ ਕੀ ਗੱਲ ਬੜੇ ਦੁਖੀ ਜਿਹੇ ਹੋਏ ਬੈਠੇ ਹੋ, ਬੜੇ ਦੁੱਖ ਦੇ ਵਿੱਚ ਬੈਠੇ ਹੋਏ ਹੋ। ਸ਼ੋਕ ਸਚਿੰਤ ਮੌਨ ਮੁਖ ਧਰ ਕੇ। ਸ਼ੋਕ ਵਿੱਚੋਂ ਚਿੰਤਾ ਤੁਰ ਹੋ ਤੇ ਬਿਲਕੁਲ ਚੁੱਪਚਾਪ ਤੇ ਸ਼ਾਂਤ ਹੋ ਕੇ ਬੈਠੇ ਹੋ, ਕੀ ਗੱਲ ਹੈ, क्यों दुखी हो। सुन कर के ओ प्रसंग उधारे। सुन के एक सिंह ने दसिया संत जी, उन्हें सारा प्रसंग भी साडा शोक दा कारण की है। श्री सतगुर बैकुंठ सिधारे। उन्हें दसिया, आख्या संत जी सतगुरु कलगीधर जी अज अमृत वेले सचखंड चले गए ने, सतगुरु जी अज ज्योति जोत समा गए ने। सैन दीन जिम मैं पतहीना। जिवें कोई सेना अपने सेनापति तो बिना दुखी हुंदी है ना, सेना सेनापति तो बिना दुखी हुंदी है। चंद बिना जिम रात मलीना। जिवें चंद तो बिना रात मैली जी प्रतीत हुंदी है। जिम मथुरा में श्याम सिधायो। मथुरा चों भगवान कृष्ण जी गए ते मथुरा जिवें दुख दे विच शोक विच सी। पीछे गोपी गण बिकलायो। गोपियां दा समुदाय व्याकुल हो गया सी। जथा राम बन बिखे सिधारे। अयोध्या त्याग के भगवान राम जी बन चले गए सन। औदपुरी के नर दुखे आरे। अयोध्या दे वासी बड़े दुखी होए सन उन्हां दे जाण ते। तिम सतगुर बिन सिंह रहे हैं। इदां सतगुरु जी तो बिना असीं भी सारे दुखी होए बैठे हाँ। ये प्रमाण दिते ने, उदाहरणा दित्तियां ने कि जिवें सेना सेनापति तो बिना दुखी हुंदी है, जिवें रात चंद तो बिना मलीन हुंदी है, जिवें मथुरा वासी भगवान कृष्ण जी दे टुर गया दुखी सन, रामचंद्र जी दे टुर गया अयोध्या वासी दुखी सन, इदां कलगीधर दे गया असीं सारे सिंह दुखी होए बैठे हाँ। साडे सारियां दे मनां विच व्याकुलताई ते दुख है। हृदय बिखाद विसाल लए हैं। साडे सारियां दे हिरदियां विच बड़ा वड्डा भारी बिखाद है, वड्डा भारी डाढा दुख है। बोले ओ साध पंथ में जावत। वो साध बोलिया, कहंदा की कहंदे हो तुसीं, ये गल तुसीं किवें आख रहे हो, कह रहे हो मैनू तां हुणे इस पासे आउंदियां रस्ते विच जांदियां देखे तैं गुर अगर सिधावत। मैं कलगीधर जी नूं खुद वेख के आया, वो तां कुमैत घोड़े ते सवार हो के वन च जंगल च विचर रहे सी, शिकार खेडदे। तुसीं कहंदे हो सचखंड चले गए ने, की बात है, किवें कह रहे हो तुसीं। वो बड़ा हैरानी नाल कहंदा मैं तां हुणे रस्ते विच आउंदा आउंदा उन्हां दे दर्शन करके आया हां। मैं कर बंद कीन पग नमो। मैं उन्हां दे चरनां ते शीस धर के नमस्कार कीती, बकायदा उन्हां दे चरनां दे उत्ते मैं अपना शीस नवाया। मुस्कावत बोले तैं समो। उन्हां ने मुस्कुरा के मैनू ये वचन कहे हन, आवो संत दरस ले हो दे हो। मैनू वेख के उन्होंने आप के आओ संत जी
नाले दर्शन दिओ ते नाले दर्शन लवो। वो तो आप मैनू इदां कह रहे सन। उन्हें आवाज मारी है, मेरे नाल बचन भी कीते ने। हर जन मिलन आनंद अच्छे हो। आख्या मैनू कि हरि दे जनां नाल मिलन दा बड़ा आनंद हुंदा संत जी। रब दे प्यारिਆਂ ਨੂੰ मिल के हिरदे च बड़ा आनंद आउंदा है। इदां उन्हां ने कहा अंत समय को मेल तुहारो। उन्हां मैनू ये भी कहा कि तेरे नाल साडा अंतम समय दा मेला है। जै संजोग विजोग विचारो। यही संजोग विजोग हान। मैं सुन कर बूझियो कर जोर। मैं उन्हां दे बचन सुन के हथ जोड़ के उन्हां नू पुछया रावर को प्यान कित्योर। पुछया कलगीधर जी आप जी किधर जा रहे हो? वन विच जंगल विच किधर जा रहे हो? दास नहीं को साथ तिहारे। महाराज तुहाडा कोई दास सेवादार तुहाडे नाल नहीं है। नाथ इकांकी कहां पधारे। महाराज आप जी एकांत कल्ले ही किथे जा रहे हो? अगे तुहाडे नाल फौजां हुंदियां, लश्कर हुंदा, सिंह हुंदे ने, नगारे बजदे चले जांदे ने अगे। अज महाराज आप जी कल्ले ही किधर जा रहे हो? जंगल विच तुहाडे नाल कोई तुहाडा दास ते सेवादार भी नहीं है। बोले श्री मुख ते मुस्कावत। मुस्कुरा के कलगीधर पातशाह जी मेरे प्रति बोले, कहन लगे हम अखेर हित बन को जावत। मैनू ना आख्या असीं शिकार खेडण जा रहे हैं बन च, ਅਸੀਂ शिकार खेडण लई जा रहे हैं। ਇਹ बचन उन्हां ने कीते हन। करे सैल जे तक मन भावत। और जिन्ना साडे मन नू भावेगा ਅਸੀਂ सैल करांगे, विचरांगे अपनी स्वै इच्छा नाल। जित कित विचरत आनंद पावत। ਅਸੀਂ जिधर किधर विचरदे हां आनंद प्राप्त करदे हां। इम कह सतगुर अगर सिधारे। इदां कह के सतगुरु जी अगे गए हन, मैनू आप मिल के बचन करके गए हन। हिया कुमैत पर आयुध तारे। और कुमैत रंग दा घोड़ा सी जिहदे ते सतगुरु जी सवार सन ते पूरे शस्त्र बस्त्र उन्हां दे नाल सन। उन्हां दे शस्त्र सारे उन्हां ने धारण कीते होए सी। अब ही मैं बिलोक चलिया। हुणे हुणे मैं रस्ते विच उन्हां दे दर्शन करके इधर तुहाडे वल आया हां। तुमो अचानक कहां सुनायो। तुसीं अचानक किदां दीयां गल्लां मैनू सुणाण लग पए हो? जे वो सचखंड टुर गए हुंदे मैनू हुणे रस्ते च किवें मिलदे? मैं तां दर्शन करके इत्थे आया, चलो ਸਿੰਘਾਂ कोल चल के लंगर प्रशादा छकदे आ। तुसीं कहंदे हो सचखंड चले गए ने, अचानक तुसीं ये गल किवें सुणा दित्ती? जे तिन होत गमन पर लोक। ये उन्हां दा सचखंड गमन हो चुका हुंदा, मैं किमले तो दर्श बिलोक। मैं उन्हां दे दर्शन किवें करदा? मैं उन्हां दे दीदार किवें करदा? जो चले गए हुंदे मैनू उन्हां दे दर्शन किवें हुंदे? पंथ पियानत भली बिदहेरे। मैं खुद उन्हां नू रस्ते च जांदियां इन्हां अखां नाल आ नेत्रां दे नाल वेखिया। तो परलोक किम संशय मेरे। मेरे मन च तां संशय है, फिर वो किवें परलोक तुसीं कहंदे हो चले गए ने? मैं किवें मन लवां भी वो परलोक चले गए ने? मैं तां खुद आप उन्हां दे दर्शन करके आया, उन्हां दे वचन सुन के आया हां। अद्भुत चलत गुरु के ऐसे। खालसा जी ये सतगुरां दे अद्भुत चलत हन। महाराज गुरु कलगीधर जी दी अद्भुत खेड है सतगुरां दी। कह सुन कर बिस्मत सब बैसे। जिन्ने सिंह बैठे ने कह रहे ने, सुन रहे ने ते हैरान ने। खालसा जी अवतारी पुरुष जुगां जुगां ताईं अपने स्वरूप नूं निरंकार विच अभेद हो के रख सकते हैं। जो उन्हां दा अपना निज सूखम स्वरूप है उस नूं सदैव ही रखते ने, और अपने ते शरधा रखण वालियां नूं, अपनी ते भावना रखण वालियां नूं मार्गदर्शन करन लई उन्हां नूं दर्शन दिंदे हन। सतगुरु जी सदैव ही ने, वो अज भी हाजर ने, पहला भी सी, अगे भी रहणगे। दर्शन होणगे उन्हां नूं जिहड़े जग्यासू होणगे, मन दे विच भावना रखणगे, उन्हां दे मार्गदर्शन लई खुद सतगुरु दी शक्ति काम करदी। खालसा जी अध्यात्मक जगत दीआं सूखम तरंगी बातां हन,
ਸਥੂਲ ਬਿਰਤੀ ਤੇ ਪਦਾਰਥਵਾਦੀ ਬਿਰਤੀ ਰੱਖਣ ਵਾਲੇ ਲੋਕਾਂ ਦੀ ਸਮਝ ਤੋਂ ਪਰੇ ਦੀ ਖੇਡ ਹੈ। ਉਹ ਇਸ ਗੱਲ ਨੂੰ, ਇਸ ਖੇਡ ਨੂੰ ਨਹੀਂ ਸਮਝ ਸਕਣਗੇ। ਅੱਜ ਵੀ ਪਿੱਛੇ ਆਪ ਜੀ ਨੇ ਜਨਮ ਸਾਖੀ ਜੀ ਸੁਣਿਆ, ਗੋਰਖਨਾਥ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਆ ਕੇ। ਜੇ ਸਮੇਂ ਦੀ ਗੱਲ ਕਰੀਏ ਤੇ ਗੋਰਖਨਾਥ ਨੂੰ ਤਾਂ ਗੁਰੂ ਨਾਨਕ ਸਾਹਿਬ ਤੋਂ ਕਈ ਸੌ ਸਾਲ ਪਹਿਲਾਂ ਹੋ ਕੇ ਉਹ ਚਲਾ ਗਿਆ ਸਰੀਰ ਕਰਕੇ, ਤਾਂ ਪਰ ਸੂਖਮ ਰੂਪ ਕਰਕੇ ਸੀਗਾ ਤੇ ਉਹ ਗੁਰੂ ਨਾਨਕ ਸਾਹਿਬ ਦੀ ਪਕੜ ਵਿੱਚ ਸੀ। ਮਹਾਰਾਜ ਜੀ ਨੂੰ ਮਿਲਿਆ, ਸਤਿਗੁਰਾਂ ਦੇ ਨਾਲ ਵਿਚਾਰ ਗੋਸ਼ਟੀ ਵੀ ਹੋਈ ਹੈ। ਉਹ ਗੋਰਖਨਾਥ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਵੀ ਆਉਂਦਾ ਹੈ। ਕਲਗੀਧਰ ਹੁਣ ਜੋਤੀ ਜੋਤ ਸਮਾਏ ਦੇ ਤੇ ਇੱਥੇ ਵੀ ਹਾਜ਼ਰ ਹੋਇਆ। ਯਾਨੀ ਕਿ ਗੁਪਤ ਮੰਡਲ ਦੇ ਵਰਤਾਰੇ ਵਿੱਚ ਉਹ ਸੂਖਮ ਸਵਰੂਪ ਸदैव ਹੀ ਰਹਿੰਦੇ ਹਨ। ਪਰ ਸਤਿਗੁਰੂ ਜੀ ਤਾਂ ਆਪ ਸਵੈੰ ਪਰਮੇਸ਼ਵਰ ਨੇ, ਉਹ ਤਾਂ ਹੈ ਨਹੀਂ ਸਤ, ਉਹ ਤਾਂ ਹੈ ਨਹੀਂ ਸदैव ਹੀ। ਇਸ ਕਰਕੇ ਸਤਿਗੁਰੂ ਜੀ ਕਿਤੇ ਨਹੀਂ ਗਏ। ਉਹ ਆਪਣੇ ਜਗਿਆਸੂਆਂ ਤੇ, ਆਪਣਿਆਂ ਸੇਵਕਾਂ ਤੇ, ਆਪਣੇ ਸਿੱਖਾਂ ਦੇ ਉੱਤੇ ਦਇਆ ਦ੍ਰਿਸ਼ਟੀ ਕਰਨ ਵਾਸਤੇ ਹਮੇਸ਼ਾ ਹੀ ਆਪਣੇ ਸੇਵਕਾਂ ਦੇ ਸੀਸ ਤੇ ਹੱਥ ਧਰ ਕੇ ਖਲੋਤੇ ਨੇ। ਇਸ ਨੂੰ ਮਹਿਸੂਸ ਕਰਨ ਵਾਸਤੇ ਜਿਤਨੀ ਸਾਧਨਾ ਸੂਖਮ ਹੁੰਦੀ ਚਲੀ ਜਾਏਗੀ, ਜਾਂ ਇਦਾਂ ਕਹਿ ਲਈਏ ਵੀ ਸਾਧਨਾ ਕਰਦਿਆਂ ਕਰਦਿਆਂ ਸੁਰਤੀ ਸੂਖਮ ਹੁੰਦੀ ਚਲੀ ਜਾਏਗੀ, ਉਨਾ ਹੀ ਇਸ ਪਾਵਨ ਸਵਰੂਪ ਨੂੰ ਤੁਸੀਂ ਆਪਣੇ ਅੰਗ ਸੰਗ ਪ੍ਰਤੀਤ ਕਰੋਗੇ, ਜਾਣੋਗੇ। ਇਹ ਸਤਿਗੁਰਾਂ ਦਾ ਸਰੂਪ ਅੱਜ ਵੀ ਹੈ। ਤਦੇ ਤਾਂ ਬਾਬਾ ਨਿਧਾਨ ਸਿੰਘ ਨੂੰ ਹੋਇਆ ਕਿੰਨਾ ਕੁ ਸਮਾਂ ਹੋਇਆ, ਉਹਨਾਂ ਨੂੰ ਦਰਸ਼ਨ ਦੇ ਕੇ ਕਹਿੰਦੇ ਆ ਲੰਗਰ ਚਲਾਓ। ਅਫਗਾਨਿਸਤਾਨ ਦੇ ਇਲਾਕੇ ਵਿੱਚ ਕਤਲੋ ਗਾਰਤ ਹੋਈ ਅੱਜ ਤੋਂ ਕੁਝ ਦਹਾਕੇ ਪਹਿਲਾਂ। ਤਾਂ ਉਸ ਕਤਲੋ ਗਾਰਤ ਦੇ ਦੌਰਾਨ ਸਿੰਘਾਂ ਦੇ ਉੱਤੇ ਬੜਾ ਔਖਾ ਸਮਾਂ ਹੋਇਆ ਤੇ ਇੱਕ ਮਾਈ ਸੀ, ਬਜ਼ੁਰਗ, ਉਹਦਾ ਪੋਤਾ ਉਹਦੇ ਕੋਲ ਹੈ। ਬੜੀ ਦੁਖੀ ਹੋ ਕੇ ਉਹਨੇ ਕਹਿ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਤਾਂ ਟੁਰ ਗਿਆ, ਸਾਡੀ ਜਿੰਦ ਨੂੰ ਵਕਤ ਪਾ ਗਿਆ। ਇਹ ਸਾਡੇ ਨਾਲ ਏਦਾਂ ਕੁਝ ਹੋ ਰਿਹਾ। ਇਤਨੇ ਨੂੰ ਨੀਲੇ ਘੋੜੇ ਤੇ ਸਵਾਰ ਨਿਹੰਗ ਸਿੰਘ ਦੇ ਬਾਣੇ 'ਚ ਹੱਥ 'ਚ ਨੇਜਾ ਤੇ ਬਰਛਾ, ਉਹਦੇ ਜਿਹੜੇ ਪਠਾਨ ਆ ਕੇ ਉਸ ਮਾਈ ਨੂੰ ਮਾਰ ਰਹੇ ਸਨ, ਕੋਹ ਰਹੇ ਸਨ, ਉਹਨਾਂ ਪਠਾਨਾਂ ਨਾਲ ਲੜ ਕੇ ਉਹਨਾਂ ਨੂੰ ਭਜਾਇਆ ਤੇ ਆਖਿਆ, ਮਾਈ ਗੁਰੂ ਗੋਬਿੰਦ ਸਿੰਘ ਸਾਹਿਬ ਕਿਤੇ ਨਹੀਂ ਗਏ, ਅੱਜ ਵੀ ਤੁਹਾਡੇ ਨਾਲ ਨੇ। ਇਹ ਤਾਂ ਗੱਲ ਭਾਵਨਾ ਦੀ ਹੈ, ਨਿਸ਼ਚੇ ਦੀ ਹੈ, ਭਰੋਸੇ ਦੀ ਹੈ। ਜਿਨ੍ਹਾਂ ਨੂੰ ਭਰੋਸਾ ਹੈ ਉਹ ਸਦਾ ਆਪਣੇ ਸਾਹਿਬ ਨੂੰ ਅੰਗ ਸੰਗ ਪਾਸ ਜਾਣਦੇ ਹਨ। ਉਹ ਕੇਵਲ ਪੜ੍ਹਦੇ ਹੀ ਨਹੀਂ ਹਨ, ਸਦਾ ਅੰਗ ਸੰਗੇ ਅਭੰਗੰ ਬਬੂਤੇ, ਉਹ ਇਸ ਗੱਲ ਨੂੰ ਮਾਣਦੇ ਵੀ ਹਨ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ। ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਜਿਸ ਪਿਆਰੇ ਸਿਉ ਨੇ ਹੋ, 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 ਜਿਸ ਪਿਆਰੇ ਸਿਉ ਨੇ ਹੋ। ਤਿਸ ਆਗੈ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ,
तिस आगे मर चलिए। त्रिग जीवन संसार, त्रिग जीवन संसार, त्रिग जीवन संसार, त्रिग जीवन संसार। ताकै पाछै जीवना, ताकै पाछै जीवना, ताकै पाछे जीवना, ताकै पाछे जीवना। वाहिगुरु वाहिगुरु, वाहिगुरु वाहिगुरु, वाहिगुरु वाहिगुरु, वाहिगुरु वाहिगुरु। हे अच्युत हे पार ब्रह्म, अविनाशी अविनाश, हे पूरन हे सर्वमय, दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा बबेक, परंपर हर हरे, है पियो अणहारे, संत है कै सदा संग, निधारा आधार, हे ठाकुर हों दासरो, मैं निर्गुण गुण नहीं कोई, नानक दीजै नाम दान, राखो ही है परोए। आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तेरे पार, शरदा कर से बंदे, गुर पारी उतार निहार, वाहिगुरु नाम जहाज है, चढ़े सो तेरे पार, जो शरदा कर से बंदे, गुर पारी उतार निहार। वाहिगुरु जी का खालसा, वाहिगुरु जी की फतेह।